ਨਵ ਖੰਡਨ ਹੈ। ਬਿਸਰੰਤ ਹਰ ਗੋਪਾਲ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ। ਕੌਤਕ ਕੋਡ ਤਮਾਸ਼ਿਆਂ ਚਿਤ ਨ ਆਵਸ ਨਾਉ। ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਂ। ਕੌਤਕ ਕੋਡ ਤਮਾਸ਼ਿਆਂ ਚਿਤ ਨ ਆਵਸ ਨਾਉ। ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ। ਪਰਮ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਬੜੇ ਅਦਬ ਸਤਿਕਾਰ ਪਿਆਰ ਸਹਿਤ ਸਤ ਸੰਗਤ ਰੂਪ ਵਿੱਚ ਸੱਜ ਕੇ ਆਪ ਸਰਬੱਤ ਸੰਗਤ ਨੇ ਗੁਰੂ ਸਵਾਰਿਆਂ ਪਾਸੋਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਜਿੱਥੇ ਆਪ ਜੀ ਨੇ ਕੀਰਤਨ ਰਾਹੀਂ ਗੁਰੂ ਸ਼ਬਦ ਨਾਲ ਆਪਣੀ ਸੁਰਤ ਦੀ ਸਾਂਝ ਬਣਾਉਣ ਦਾ ਯਤਨ ਕੀਤਾ। ਆਓ ਕੁਝ ਸਮੇਂ ਲਈ ਸਤਿਗੁਰੂ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਆਪਣੀਆਂ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰੀਏ। ਗੁਰਮਤਿ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜੋ ਮੈਂ ਪੜ੍ਹਦਿਆਂ ਹੋਇਆ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਸੰਸਾਰ ਦੇ ਅੰਦਰ ਕੋਈ ਐਸੀ ਥਾਂ ਜਿੱਥੇ ਬੜੇ ਪੁਰਾਣੀਆਂ ਇਮਾਰਤਾਂ ਦੇ ਖੰਡਰ ਹੋਣ, ਜਿੱਥੇ ਕੋਈ ਰਹਿਣ ਵਾਲਾ ਨਾ ਹੋਵੇ, ਹਰ ਪਾਸੇ ਬੜੀ ਹੀ ਬਦਅਮਨੀ ਜਿਹੀ, ਉਹ ਐਸੀ ਥਾਂ ਜਿੱਥੇ ਮਨੁੱਖ ਚਲਿਆ ਜਾਏ ਤੇ ਕੋਈ ਮਿਲਣ ਗਿਲਣ ਵਾਲਾ, ਆਲੇ ਦੁਆਲੇ ਕੋਈ ਰੌਣਕ ਕੋਈ ਚਹਿਲ ਪਹਿਲ ਐਸੀ ਨਜ਼ਰ ਨਾ ਆਵੇ, ਉੱਥੇ ਕਈ ਵਾਰ ਮਨ ਬੇਚੈਨ ਹੋ ਉੱਠਦਾ ਹੈ। ਐਸੀ ਜਗ੍ਹਾ ਨੂੰ ਸਾਡੀ ਭਾਸ਼ਾ ਵਿੱਚ ਉਜਾੜ ਥਾਂ ਆਖਿਆ ਜਾਂਦਾ ਹੈ, ਉਜੜੀ ਹੋਈ ਥਾਂ। ਉਜਾੜ ਸ਼ਬਦ ਦਾ ਵਿਰੋਧੀ ਸ਼ਬਦ ਜੋ ਹੈ ਉਹ ਹੈ ਵਸਣ ਵਾਲੀ ਥਾਂ। ਬੜੀ ਚਹਿਲ ਪਹਿਲ ਵਾਲਾ ਮਾਹੌਲ ਹੋਵੇ, ਆਵਾਜਾਈ ਹੋਵੇ, ਘੁੱਗ ਵੱਸਦਾ ਨਗਰ ਹੋਵੇ, ਬੜੇ ਸੋਹਣੇ ਘਰ ਹੋਣ, ਉਹਨਾਂ ਦੇ ਵਿੱਚ ਰਹਿਣ ਵਾਲੇ ਲੋਕ ਮੌਜੂਦ ਹੋਣ, ਚਾਰ ਚੁਫੇਰਿਓਂ ਕੁਝ ਸ਼ੋਰ ਸ਼ਰਾਬੇ ਦੀ ਆਵਾਜ਼ ਆਉਂਦੀ ਹੋਵੇ। ਐਸੀ ਜਗ੍ਹਾ ਨੂੰ ਅਸੀਂ ਘੁੱਗ ਵੱਸਦਾ ਵਸੇਬੇ ਵਾਲਾ ਬੜਾ ਸੁਹਾਵਣਾ ਥਾਂ ਮੰਨਦੇ ਹਾਂ। ਭਾਵ ਉਜੜੀ ਹੋਈ ਥਾਂ ਉਹਨੂੰ ਕਿਹਾ ਜਾਂਦਾ ਜਿੱਥੇ ਕੋਈ ਰਹਿੰਦਾ ਨਹੀਂ। ਜਿਸ ਘਰ ਦੇ ਵਿੱਚ ਕੋਈ ਰਹੇ ਨਾ ਤੇ ਘਰ ਖੰਡਰ ਬਣ ਜਾਏ, ਟੁੱਟ ਭੱਜ ਜਾਏ, ਉਸ ਨੂੰ ਅਸੀਂ ਉਜੜਿਆ ਹੋਇਆ ਘਰ ਆਖਦੇ ਹਾਂ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਬਸੰਤ ਸਵਰਗ ਲੋਕਾ। ਭਾਵੇਂ ਸਵਰਗ ਵਰਗੀ ਜਿਹੜੀ ਪੁਰਾਣੇ ਗ੍ਰੰਥਾਂ ਵਿੱਚ ਪੁਜਾਰੀਆਂ ਨੇ ਇਹ ਗੱਲ ਫੈਲਾਈ, ਸਵਰਗ ਬੜਾ ਇੰਨਾ ਵੱਡਾ ਮੰਦਰ ਹੁੰਦਾ ਹੈ, ਬੜੇ ਰਹਿਣ ਦੀ ਥਾਂ, ਹਰ ਜ਼ਿੰਦਗੀ ਦੀ ਸੁੱਖ ਸਹੂਲਤ ਉਸ ਜਗ੍ਹਾ 'ਤੇ ਮੌਜੂਦ ਹੁੰਦੀ ਹੈ। ਸਤਿਗੁਰੂ ਜੀ ਆਖਦੇ ਐਸੀ ਜਗ੍ਹਾ ਜਿਹਦਾ ਨਕਸ਼ਾ ਤੈਨੂੰ ਦਿਖਾਇਆ ਗਿਆ ਹੈ, ਜਿਸ ਬਾਰੇ ਤੈਨੂੰ ਝਾਂਸਾ ਭਰੋਸਾ ਦਿੱਤਾ ਗਿਆ ਹੈ, ਜਿਹਦੇ ਸੁਹੱਪਣ ਦੀਆਂ ਗੱਲਾਂ ਤੈਨੂੰ ਸਿਖਾਈਆਂ ਗਈਆਂ ਨੇ, ਮੰਨ ਲਏ ਜੇ ਕੁਝ ਸਮੇਂ ਵਾਸਤੇ ਤੈਨੂੰ ਇਹ ਥਾਂ ਮਿਲ ਵੀ ਜਾਏ। ਬਸੰਤ ਸਵਰਗ ਲੋਕਾ ਜਿੱਤ ਤੇ ਪ੍ਰਿਥਵੀ ਨਵ ਖੰਡਣਾ। ਤੂੰ ਸਾਰੇ ਜਗਤ ਦਾ ਜੇਤੂ ਹੋਵੇਂ, ਸਾਰਾ ਸੰਸਾਰ ਤੇਰੇ ਕਾਬੂ ਵਿੱਚ ਹੋਵੇ,
ਸਤਿਗੁਰੂ ਮਹਾਰਾਜ ਆਖਦੇ ਨੇ, ਬਸੰਤ ਸਵਰਗ ਲੋਕਾ ਜਿਤ ਤੇ ਪ੍ਰਿਥਵੀ ਨਵ ਖੰਡਣਹਿ, ਬਿਸਰੰਤ ਹਰ ਗੋਪਾਲਹਿ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹਿ। ਅਗਰ ਤੇਰੇ ਚਿੱਤ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿਸਰ ਗਈ, ਉਹਦੇ ਗੁਣ ਤੇਰੇ ਜੀਵਨ ਵਿੱਚ ਨਹੀਂ ਹਨ, ਤਾਂ ਤੇਰੀ ਅਵਸਥਾ ਇਹ ਹੈ ਜਿਵੇਂ ਤੂੰ ਉਦਿਆਨ ਜੰਗਲ ਉਜਾੜ ਦੇ ਵਿੱਚ ਇਕੱਲਾ ਤੁਰਿਆ ਫਿਰਦਾ ਹੋਵੇਂ, ਤੇਰੀ ਹਾਲਤ ਐਸੀ ਹੋਵੇਗੀ। ਜਦੋਂ ਮੈਂ ਇਹ ਬੇਨਤੀ ਤੁਹਾਡੇ ਨਾਲ ਸਾਂਝੀ ਕੀਤੀ ਕਿ ਉਹ ਇੱਕ ਐਸਾ ਘਰ ਜਿਹੜਾ ਬਾਹਰੋਂ ਸਵਰਿਆ ਚਿਤਰਿਆ ਬੜਾ ਸੋਹਣਾ ਨਜ਼ਰ ਆਉਂਦਾ ਹੈ, ਉਸ ਘਰ ਨੂੰ ਲੋਕ ਵੇਖ ਕੇ ਅੱਗੇ ਲੰਘਦੇ ਨੇ ਵੀ ਬੜਾ ਸੋਹਣਾ ਹੈ। ਕੁਝ ਸਮੇਂ ਬਾਅਦ ਕੀ ਹੋਇਆ ਕਿ ਉਹ ਘਰ ਹੌਲੀ ਹੌਲੀ ਢਹਿੰਦਾ ਢਹਿੰਦਾ ਇੱਕ ਦਿਨ ਮਲਬੇ ਦਾ ਢੇਰ ਬਣ ਗਿਆ ਤੇ ਵੇਖਣ ਵਾਲੇ ਮਨੁੱਖ ਨੇ ਹੈਰਾਨੀ ਪ੍ਰਗਟ ਕੀਤੀ, ਕਹਿਣ ਲੱਗੇ ਇਹ ਤਾਂ ਬੜਾ ਸੋਹਣਾ ਸੀ, ਬਾਹਰੋਂ ਬੜਾ ਮਜ਼ਬੂਤ ਨਜ਼ਰ ਆ ਰਿਹਾ ਸੀ, ਕਿੰਨਾ ਸੋਹਣਾ ਇਹਨੂੰ ਪੇਂਟ ਕੀਤਾ ਹੋਇਆ ਸਵਾਰਿਆ ਹੋਇਆ ਸੀ, ਅਚਾਨਕ ਇਹਨੂੰ ਕੀ ਹੋਇਆ, ਇਹ ਡਿੱਗ ਕਿਉਂ ਗਿਆ, ਇਹ ਖੰਡਰ ਕਿਉਂ ਬਣ ਗਿਆ। ਦੱਸਣ ਵਾਲੇ ਨੇ ਕਾਰਨ ਦੱਸਿਆ, ਕਹਿਣ ਲੱਗਿਆ ਇਹ ਠੀਕ ਹੈ, ਬਾਹਰੋਂ ਬੜਾ ਸੋਹਣਾ ਨਜ਼ਰ ਆ ਰਿਹਾ ਸੀ, ਬੜਾ ਚਿਤਰਿਆ ਹੋਇਆ ਬੜਾ ਸਵਾਰਿਆ ਹੋਇਆ ਸੀ, ਇਹਦੀ ਸੁੰਦਰਤਾ ਬਾਹਰੋਂ ਬੜੀ ਦਿੱਖ ਬੜੀ ਵਧੀਆ ਸੀ, ਪਰ ਇਹਦੇ ਡਿੱਗਣ ਦਾ ਤੇ ਮਲਬੇ ਦਾ ਢੇਰ ਬਣ ਜਾਣ ਦਾ ਇੱਕ ਕਾਰਨ ਹੈ। ਉਹ ਕਾਰਨ ਇਹ ਵੀ ਕਈ ਸਾਲਾਂ ਤੋਂ ਇਸ ਘਰ ਦੇ ਵਿੱਚ ਕੋਈ ਰਹਿ ਨਹੀਂ ਸੀ ਰਿਹਾ ਤੇ ਅੰਦਰੋਂ ਇਸ ਘਰ ਦੀ ਕੋਈ ਸੰਭਾਲ ਨਹੀਂ ਹੋਈ। ਸੰਭਾਲ ਨਾ ਹੋਣ ਦੀ ਵਜ੍ਹਾ ਕਰਕੇ ਇਹ ਘਰ ਹੌਲੀ ਹੌਲੀ ਖੰਡਰ ਬਣਦਾ ਗਿਆ, ਕਮਜ਼ੋਰ ਹੁੰਦਾ ਗਿਆ। ਇਹਦੀ ਨਾ ਕਿਸੇ ਸਫਾਈ ਕੀਤੀ ਹੈ ਤੇ ਨਾ ਸੰਭਾਲ ਕੀਤੀ ਹੈ, ਤੋ ਅੰਦਰੋਂ ਖਾਲੀ ਇਹ ਘਰ ਜਿਹੜਾ ਹੌਲੀ ਹੌਲੀ ਇਸ ਦੀ ਸੰਭਾਲ ਨਾ ਹੋ ਸਕੀ ਤੇ ਇਹ ਬਾਹਰੋਂ ਸੋਹਣਾ ਨਜ਼ਰ ਆਉਣ ਵਾਲਾ ਚੰਗਾ ਨਜ਼ਰ ਆਉਣ ਵਾਲਾ ਇਹ ਘਰ ਅਖੀਰ ਜਿਹੜਾ ਹੈ, ਬਿਲਡਿੰਗ ਅਖੀਰ ਜਿਹੜੀ ਹੈ, ਇਹ ਮਲਬੇ ਦਾ ਢੇਰ ਰਹਿ ਗਈ, ਟੁੱਟ ਭੱਜ ਗਈ, ਬਰਬਾਦ ਹੋ ਗਈ। ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਇੱਕ ਸ਼ਬਦ ਵਿੱਚ, ਸੂਈ ਰਾਗ ਦੇ ਸ਼ਬਦ ਵਿੱਚ ਇੱਕ ਉਦਾਹਰਣ ਸਾਡੇ ਸਾਹਮਣੇ ਰੱਖੀ। ਹਜ਼ੂਰ ਕਹਿੰਦੇ, ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਢੱਠੀਆਂ ਕੰਮ ਨਾ ਆਵਨੀ ਵਿੱਚੋਂ ਸਖਣੀਆਂ। ਕਿਉਂਕਿ ਉਹ ਵਿੱਚੋਂ ਸਖਣੀਆਂ ਨੇ, ਇਸ ਕਰਕੇ ਢਹਿ ਜਾਂਦੀਆਂ ਨੇ, ਕਿਸੇ ਕੰਮ ਨਹੀਂ। ਹੁਣ ਗੁਰੂ ਨਾਨਕ ਮਹਾਰਾਜ ਇਹ ਉਦਾਹਰਣ ਦੇ ਕੇ ਕੋਈ ਸਾਨੂੰ ਬਾਹਰ ਦੀ ਕਿਸੇ ਘਰ ਦੀ ਕੋਈ ਗੱਲ ਨਹੀਂ ਸੁਣਾ ਰਹੇ, ਕਿਉਂਕਿ ਇਹ ਤਾਂ ਸਾਨੂੰ ਸਾਰਿਆਂ ਨੂੰ ਹੀ ਪਤਾ ਵੀ ਜਿਸ ਘਰ ਦੀ ਅੰਦਰੋਂ ਸੰਭਾਲ ਨਹੀਂ ਹੋਵੇਗੀ, ਉਹਨੂੰ ਮੇਨਟੇਨ ਕਰਨ ਦਾ ਕੋਈ ਯਤਨ ਨਹੀਂ ਕੀਤਾ ਜਾਏਗਾ, ਜਿਸ ਵਿੱਚ ਕੋਈ ਵਸਦਾ ਨਹੀਂ, ਸਫਾਈ ਨਹੀਂ ਕਰੇਗਾ, ਉਹ ਆਖਰ ਖੰਡਰ ਹੀ ਬਣੇਗਾ। ਦਰਅਸਲ ਸਤਿਗੁਰੂ ਜੀ ਇਹ ਉਦਾਹਰਣ ਦੇ ਕੇ ਸਾਡਾ ਧਿਆਨ ਸਾਡੇ ਜੀਵਨ ਵਾਲੇ ਪਾਸੇ ਲਿਜਾ ਰਹੇ ਨੇ। ਇਹ ਸਰੀਰ ਰੂਪੀ ਘਰ ਬਾਹਰੋਂ ਚਿਤਰਿਆ ਹੋਇਆ ਸਵਾਰਿਆ ਹੋਇਆ, ਇਸ ਦਾ ਅਸੀਂ ਪਾਲਣ ਪੋਸ਼ਣ ਬਾਹਰੋਂ ਬੜਾ ਚੰਗਾ ਕਰਦੇ ਹਾਂ, ਚੰਗਾ ਖਾਂਦੇ ਹਾਂ, ਚੰਗਾ ਪਹਿਨਦੇ ਹਾਂ, ਚੰਗਾ ਵਰਤਦੇ ਹਾਂ, ਕੋਸ਼ਿਸ਼ ਕਰਦੇ ਹਾਂ ਅਸੀਂ ਸੰਸਾਰ ਨੂੰ ਜਤਾਉਣ ਦੀ ਵੀ ਅਸੀਂ ਬਹੁਤ ਸੁਖੀ ਹਾਂ, ਬੜਾ ਚੰਗਾ ਜੀਵਨ ਜੀ ਰਹੇ ਹਾਂ ਅਸੀਂ। ਪਰ ਇਸ ਸਰੀਰ ਰੂਪੀ ਘਰ ਦੇ ਅੰਦਰ ਕਿੰਨੇ ਕੁ ਦੁੱਖ ਨੇ, ਕਿੰਨੀ ਕੁ ਇਸ ਦੇ ਅੰਦਰ ਮੁਸੀਬਤ ਭਰੀ ਪਈ ਹੈ। ਗੁਰੂ ਨਾਨਕ ਮਹਾਰਾਜ ਕਹਿੰਦੇ ਇਸ ਦਾ ਪਤਾ ਉਦੋਂ, ਪਾਜ ਇਸ ਦਾ ਉਦੋਂ ਖੁੱਲ੍ਹ ਜਾਂਦਾ ਹੈ ਜਦੋਂ ਵਕਤ ਆਉਣ ਤੇ, ਸਮਾਂ ਆਉਣ ਤੇ, ਜੋ ਬੰਦਾ ਬਾਹਰੋਂ ਵਿਖਾ ਰਿਹਾ ਤੇ ਜੋ ਕੁਝ ਅੰਦਰ ਹੁੰਦਾ ਹੈ ਉਹਦੇ ਵਿੱਚ ਫਰਕ ਜਦੋਂ ਕਿਸੇ ਦੇ ਸਾਹਮਣੇ ਆ ਕੇ ਪ੍ਰਗਟ ਹੋ ਜਾਏ, ਉਸ ਵੇਲੇ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਮਲਬੇ ਦੇ ਢੇਰ ਵਰਗਾ ਇਹ ਘਰ ਉਦੋਂ ਪਤਾ ਲੱਗਦਾ ਵੀ ਅੰਦਰੋਂ ਤਾਂ ਬੰਦਾ ਉਜੜਿਆ ਹੋਇਆ, ਬਾਹਰੋਂ ਬੜੀ ਸੁੰਦਰਤਾ ਵਿਖਾ ਰਿਹਾ ਸੀ, ਬਾਹਰੋਂ ਬੜਾ ਧਰਮੀ ਬਣ ਕੇ ਵਿਖਾ ਰਿਹਾ ਸੀ, ਬਾਹਰੋਂ ਬੜਾ ਆਪਣੇ ਆਪ ਨੂੰ ਅਮੀਰ, ਖੁਸ਼ਹਾਲ ਤੇ ਸੁਖੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਅੰਦਰੋਂ ਤਾਂ ਇਸ ਦੀ ਹਾਲਤ ਬਹੁਤ ਹੀ ਮਾੜੀ ਹੈ। ਗੁਰੂ ਨਾਨਕ ਮਹਾਰਾਜ ਜੀ ਦਾ ਇਹ ਕਹਿਣ ਦਾ ਭਾਵ ਅਰਥ ਹੈ, ਸਾਡੇ ਅੰਦਰ ਦੀ ਹਾਲਤ ਵਾਲੇ ਪਾਸੇ ਨੂੰ ਧਿਆਨ ਸਾਡਾ ਦਿਵਾਉਣਾ। ਇਹ ਮਨੁੱਖ, ਜੇ ਤੇਰੇ ਹਿਰਦੇ ਘਰ ਵਿੱਚ ਤੇਰੇ ਅੰਦਰ ਸ਼ੁਭ ਗੁਣ ਨਹੀਂ ਹਨ, ਚੰਗਿਆਈ ਨਹੀਂ ਹੈ, ਨੇਕ ਅਮਲ ਨਹੀਂ ਹਨ, ਚੰਗੇ ਖਿਆਲ ਨਹੀਂ ਹਨ, ਤਾਂ ਬਾਹਰੋਂ ਜੋ ਕੁਝ ਤੂੰ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੇ ਤੇਰੇ ਮਨ ਦੀ ਅਵਸਥਾ ਠੀਕ ਨਹੀਂ, ਬਾਹਰੋਂ ਤੂੰ ਖੁਸ਼ਹਾਲ ਵਿਖਾਉਣ ਦੀ ਆਪਣੇ ਆਪ ਨੂੰ ਕੋਸ਼ਿਸ਼ ਕਰਦਿਆਂ, ਤੇਰਾ ਇਹ ਪਾਜ ਬਹੁਤਾ ਸਮਾਂ ਨਹੀਂ ਰਹੇਗਾ। ਤੇਰੀ ਹਾਲਤ ਉਸ ਘਰ ਵਰਗੀ ਹੋਏਗੀ ਜਿਹੜਾ ਅਖੀਰ ਬਾਹਰੋਂ ਤਾਂ ਬੜਾ ਸੋਹਣਾ ਨਜ਼ਰ ਆ ਰਿਹਾ ਸੀ, ਪਰ ਅਖੀਰ ਮਲਬੇ ਦਾ ਢੇਰ ਇਸੇ ਕਰਕੇ ਬਣਿਆ ਕਿਉਂਕਿ ਉਹਦੀ ਅੰਦਰੋਂ ਸੰਭਾਲ ਕੋਈ ਨਹੀਂ ਸੀ ਹੋ ਰਹੀ। ਅੰਦਰੋਂ ਉਹਨੂੰ ਬਿਲਕੁਲ
ਕੋਈ ਮੇਨਟੇਨ ਕਰਨ ਵਾਲਾ, ਉਹਦੀ ਸਫਾਈ ਕਰਨ ਵਾਲਾ ਕੋਈ ਨਹੀਂ। ਇਸੇ ਤਰ੍ਹਾਂ ਇਨਸਾਨੀ ਗੁਣ ਜਿੰਨਾ ਚਿਰ ਸਾਡੇ ਅੰਦਰ ਨਹੀਂ ਹੋਣਗੇ, ਬਾਹਰ ਦਾ ਵਿਖਾਵਾ ਓਨਾ ਚਿਰ ਇੱਕ ਛਲਾਵਾ ਹੈ, ਔਰ ਅਖੀਰ ਇਸ ਦਾ ਪਾਜ ਉਗੜ ਜਾਂਦਾ ਹੈ। ਜਿਵੇਂ ਮੁਲੰਮੇ ਦੇ ਗਹਿਣਿਆਂ ਦਾ ਪਾਜ, ਉਹਨਾਂ ਦਾ ਖੋਟ, ਉਹਨਾਂ ਦੀ ਝੂਠੀ ਜਿਹੜੀ ਚਮਕ ਹੈ, ਉਹ ਉਦੋਂ ਪ੍ਰਗਟ ਹੋ ਜਾਂਦੀ ਹੈ ਜਦੋਂ ਉਹਨੂੰ ਸੁਨਿਆਰ ਕਸਵੱਟੀ ਦੇ ਉੱਤੇ ਪਰਖਦਾ ਹੈ। ਇਸ ਕਰਕੇ ਦਾਤਾ ਜੀ ਨੇ ਸ਼ਬਦ ਵਰਤੇ, ਇਹ ਵਰਤੇ ਨੇ ਸਾਡੇ ਸਰੀਰ, ਸਾਡੇ ਜੀਵਨ ਰੂਪੀ ਘਰ ਵਾਸਤੇ। ਇਸੇ ਕਰਕੇ ਸ਼ੇਖ ਫਰੀਦ ਸਾਹਿਬ ਕਹਿੰਦੇ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਕੱਚੇ ਜੀਵਨ ਦੀ ਨਿਸ਼ਾਨੀ ਹੈ ਇਹ। ਜੋ ਮਨੁੱਖ ਅੰਦਰੋਂ ਹੈ ਉਸ ਨੂੰ ਕੱਜ ਕੇ, ਉਸ ਨੂੰ ਸਹੀ ਕਰਨ ਦੀ ਬਜਾਏ ਬਾਹਰੋਂ ਵਿਖਾਵੇ ਦੇ ਵਿੱਚ ਉਲਝਿਆ ਰਹਿੰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਰਾਗ ਮਾਝ ਵਿੱਚ ਇਹ ਸ਼ਬਦ ਅਸੀਂ ਪੜ੍ਹਦੇ ਹਾਂ, ਜਿੱਥੇ ਹਜ਼ੂਰ ਕਹਿੰਦੇ, ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਬਾਰੇ। ਜਿੱਥੈ ਨਾਮ ਨਾ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਇਹ ਵੀ ਗੱਲ ਮਹਾਰਾਜ ਪ੍ਰਤੀਕ ਬਾਹਰ ਦੇ ਘਰ ਦਾ ਵਰਤਦੇ ਨੇ, ਗੱਲ ਸਾਡੇ ਜੀਵਨ ਦੀ ਹੋ ਰਹੀ ਹੈ, ਸਾਡੇ ਸਰੀਰ ਦੀ ਹੋ ਰਹੀ, ਸਾਡੀ ਜ਼ਿੰਦਗੀ ਦੀ ਸਤਿਗੁਰੂ ਜੀ ਬਾਤ ਪਾ ਰਹੇ ਹਨ। ਤਾਂ ਗੁਰਬਾਣੀ ਉਸ ਥਾਂ ਨੂੰ ਉਜੜੀ ਹੋਈ ਥਾਂ ਕਹਿੰਦੀ ਹੈ ਜਿੱਥੇ ਕੋਈ ਵਸਦਾ ਨਹੀਂ। ਸਾਡੇ ਜੀਵਨ ਨੂੰ ਮਹਾਰਾਜ ਨੇ ਉਸ ਉਜੜੀ ਹੋਈ ਜਗ੍ਹਾ ਨਾਲ ਤੁਲਨਾ ਦਿੱਤੀ ਹੈ। ਜੇ ਸਾਡੇ ਜੀਵਨ ਅੰਦਰ ਦਇਆ, ਧਰਮ, ਸਿਦਕ, ਸਬਰ, ਸੰਤੋਖ, ਪਰਉਪਕਾਰ, ਇਹ ਗੁਣ ਜੇ ਸਾਡੇ ਅੰਦਰ ਨਹੀਂ ਹਨ ਤਾਂ ਸਮਝੋ ਸਰੀਰ ਦਾ, ਜੀਵਨ ਦਾ ਘਰ ਵੀ ਉਜੜਿਆ ਪਿਆ। ਬਾਹਰੋਂ ਵਿਖਾਵੇ ਵਾਲਾ ਜੀਵਨ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ, ਮਹਾਰਾਜ ਕਹਿੰਦੇ ਨੇ ਇਹਦਾ ਪਾਜ ਅਖੀਰ ਖੁੱਲ੍ਹ ਕੇ ਰਹੇਗਾ। ਇਸ ਕਰਕੇ ਇੱਕ ਬਚਨ, ਇੱਕ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਸਿਖਾਇਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜੀਵਨ ਦੀ ਇਹ ਘਟਨਾ ਹੈ ਕਿ ਇੱਕ ਜਗ੍ਹਾ 'ਤੇ ਨਾ ਸਤਿਗੁਰੂ ਖਾਨ ਛਾਪੜੀ, ਇੱਕ ਪਿੰਡ ਪੈਂਦਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ, ਉੱਥੇ ਸਤਿਗੁਰੂ ਗਏ। ਉਸ ਪਿੰਡ ਦੇ ਲੋਕ ਸਖੀ ਸਰਵਰ ਦੇ ਪੁਜਾਰੀ ਸਨ, ਮੜੀਆਂ ਪੂਜਣ ਵਾਲੇ, ਕਬਰਾਂ ਪੂਜਣ ਵਾਲੇ, ਸੁਲਤਾਨੀਏ, ਜਿਹੜੇ ਖਾਸ ਤੌਰ 'ਤੇ ਅਮੀਰ ਪਰਿਵਾਰ ਸਨ ਉਸ ਪਿੰਡ ਦੇ, ਜਿਨ੍ਹਾਂ ਦੇ ਕੋਲ ਪੱਕੇ ਘਰ ਸਨ। ਕੋਈ ਸਮਾਂ ਸੀ ਜਦੋਂ ਪੱਕਾ ਘਰ ਹੋਣਾ ਬੜੀ ਵੱਡੀ ਅਮੀਰੀ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ, ਔਰ ਉਹਨਾਂ ਦੇ ਪੱਕੇ ਘਰ, ਜਿਹੜਾ ਅਮੀਰ ਤਬਕਾ, ਰੱਜਿਆ ਪੁੱਜਿਆ ਰਈਸ ਤਬਕਾ, ਪਿੰਡ ਦਾ ਉੱਘਾ ਤਬਕਾ ਹੈ, ਨਾਮ ਰੱਖਣ ਵਾਲਾ, ਉਹ ਸਾਰੇ ਹੀ ਸਖੀ ਸਰਵਰ ਦੇ ਚੇਲੇ ਤੇ ਸੇਵਕ ਸਨ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਗਏ ਤਾਂ ਸੁਭਾਵਕ ਹੈ ਗੁਰੂ ਅਰਜਨ ਸਾਹਿਬ ਜੀ ਦਾ ਵਿਚਾਰ ਮੜੀਆਂ ਕਬਰਾਂ ਤੋਂ ਇਨਸਾਨ ਨੂੰ ਰੋਕ ਕੇ ਸੱਚ ਦੀ ਜ਼ਿੰਦਗੀ ਜਿਉਣ ਵਾਲੇ ਪਾਸੇ ਲਾਉਣਾ ਹੈ। ਇੱਕ ਬੇਨਤੀ ਮੈਂ ਕਰਾਂ, ਅਸੀਂ ਮੁਰਦਿਆਂ ਦੀ ਪੂਜਾ ਕਰਦੇ ਹਾਂ ਇਸ ਆਸ ਨਾਲ ਵੀ ਇਹਨਾਂ ਤੋਂ ਸਾਨੂੰ ਕੋਈ ਗੈਬੀ ਸ਼ਕਤੀ ਪ੍ਰਾਪਤ ਹੋਵੇਗੀ, ਕੋਈ ਸਾਡੀਆਂ ਥੋੜ੍ਹਾਂ ਪੂਰੀਆਂ ਹੋ ਜਾਣਗੀਆਂ, ਜੋ ਘਾਟਾਂ ਨੇ ਸਾਡੀਆਂ ਉਹ ਮੁਕੰਮਲ ਹੋਣਗੀਆਂ। ਇਹ ਬੜੀ ਹੀ ਹਾਸੋਹੀਣੀ ਬਾਤ ਹੈ। ਜੀਵਤ ਜਾਗਤ ਉਸ ਜੋਤ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਅਸੀਂ ਮਰੇ ਹੋਏ ਇਨਸਾਨਾਂ ਦੀ ਮੜੀ ਨੂੰ ਤਰਲੇ ਲੈ ਲੈ ਕੇ, ਪੱਕਿਆਂ ਕਰ ਕਰਕੇ ਉੱਥੋਂ ਕਈ ਖੁਆਇਸ਼ਾਂ ਦੀ ਆਸ ਰੱਖਦੇ ਹਾਂ ਵੀ ਪੂਰੀਆਂ ਹੋ ਜਾਣਗੀਆਂ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇੱਕ ਗੱਲ ਕਹੀ, ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ। ਕਨਫਿਊਜ਼ਨ ਹੈ ਜੀਵਨ ਦੇ ਅੰਦਰ, ਦੁਬਦਾ ਹੈ ਬੜੀ ਅਜੀਬ ਕਿਸਮ ਦੀ। ਮੰਗਿਆ ਜਾ ਰਿਹਾ ਮਿੱਟੀ ਕੋਲੋਂ, ਮਿੱਟੀ ਦਾ ਇੱਕ ਢੇਰ ਹੈ, ਹੋਰ ਕੀ ਹੈ। ਜਿੱਥੇ ਕੋਈ ਸਰੀਰ ਦਫਨ ਕੀਤਾ, ਕੀੜੇ ਖਾ ਗਏ, ਮਿੱਟੀ ਦਾ ਢੇਰ ਬਣ ਗਿਆ। ਜਿੱਥੇ ਕਿਸੇ ਦੇ ਸਰੀਰ ਦਾ ਦਾਹ ਸੰਸਕਾਰ ਕੀਤਾ ਗਿਆ, ਉਸ ਜਗ੍ਹਾ ਦੇ ਉੱਤੇ ਉਹ ਰਾਖ ਇਕੱਠੀ ਕਰਕੇ ਕਿਸੇ ਨੇ ਕਿਤੇ ਵਹਾ ਦਿੱਤੀ, ਮਿੱਟੀ 'ਚ ਰੁਲ ਗਈ। ਅਸੀਂ ਮਗਰੋਂ ਜਿੱਥੇ ਹੱਥ ਜੋੜ ਰਹੇ ਉਹ ਤਾਂ ਮਿੱਟੀ ਦਾ ਢੇਰ ਹੀ ਹੈ, ਉਸ ਤੋਂ ਬਾਅਦ ਉੱਥੇ ਕੁਝ ਨਹੀਂ ਹੈ। ਤੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਡਾ ਇਹ ਭਰਮ ਦੂਰ ਕਰਦਿਆਂ ਕਿਹਾ, ਜਾਗਤ ਜੋਤ ਅਕਾਲ ਪੁਰਖ ਜੋ ਸਭਨਾਂ ਦੇ ਅੰਦਰ ਹੈ, ਉਹਦੇ ਗੁਣਾਂ ਦਾ ਧਿਆਨ ਕਰੋ, ਉਸ ਵਾਹਿਗੁਰੂ ਦੇ ਚਰਨਾਂ ਦਾ ਆਸਰਾ ਤੱਕੋ, ਉਹਦੇ ਗੁਣਾਂ ਦੀਆਂ ਖੂਬੀਆਂ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਓ ਤਾਂ ਕਿ ਜੀਵਨ ਸੁਖੀ ਬਣ ਜਾਏ। ਦੁੱਖ ਦੀ ਵਜ੍ਹਾ ਵੀ ਸਾਡੇ ਅੰਦਰ ਹੈ, ਸੁਖ ਪਾਉਣ ਦੀ ਜੁਗਤ ਵੀ ਸਾਡੇ ਅੰਦਰ ਹੈ। ਸਤਿਗੁਰੂ ਜੀ ਕੇਵਲ ਸਾਨੂੰ ਉਸ ਬਾਬਤ ਸਮਝਾਉਂਦੇ ਨੇ, ਦੱਸਦੇ ਨੇ। ਤੋ ਇਹ ਫਰਕ ਹੈ ਗੁਰਮਤਿ ਦਾ। ਗੁਰੂ ਅਰਜਨ ਸਾਹਿਬ ਮਹਾਰਾਜ ਇਹ ਉਪਦੇਸ਼ ਦੇ ਰਹੇ ਸਨ, ਉਹਨਾਂ ਨੂੰ ਬੜੀ ਤਕਲੀਫ ਸੀ ਇਸ ਗੱਲ ਤੋਂ। ਅਮੀਰ ਵੀ ਸਨ, ਰੱਜੇ ਪੁੱਜੇ ਵੀ ਸਨ। ਮਹਾਰਾਜ ਉਸ ਨਗਰ ਵਿੱਚ ਗਏ, ਉਹਨਾਂ ਨੇ ਕੋਈ ਆਓ ਭਗਤਾਂ ਕੀ ਕਰਨੀ ਸੀ, ਕਿਸੇ ਨੇ ਬੁਲਾਇਆ ਤੱਕ ਵੀ ਨਾ। ਉੱਥੇ ਰਹਿਣ ਵਾਲਾ ਸੀ ਇੱਕ ਬੜਾ ਹੀ ਗਰੀਬ, ਜਿਸ ਦੇ ਕੋਲ ਧਰਮ ਦੀ ਕਿਰਤ ਜੋ ਕਰਦਾ ਹੈ, ਪਰ ਜਿਹਦੇ ਕੋਲ ਕੋਈ ਬਹੁਤੇ ਪੱਕੇ ਮਹਿਲ ਨਹੀਂ, ਮਸਾਂ ਆਪਣਾ ਗੁਜ਼ਾਰਾ ਉਸ ਦਾ ਹੁੰਦਾ ਹੈ। ਉਹਦਾ ਨਾਂ ਇਤਿਹਾਸ ਵਿੱਚ ਭਾਈ ਹੇਮਾ ਕਰਕੇ ਲਿਖਿਆ।
ਕੱਚਾ ਜਿਹਾ ਘਰ ਉਸਦਾ ਮਿੱਟੀ ਦਾ ਬਣਿਆ ਹੋਇਆ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਆਪਣੇ ਘਰ ਲੈ ਗਿਆ। ਬੜੇ ਆਦਰ ਨਾਲ ਸਾਰੇ ਸਿੱਖਾਂ ਨੂੰ ਮਹਾਰਾਜ ਨੂੰ ਬਿਠਾਇਆ। ਜੋ ਕੁਝ ਉਹਦੇ ਕੋਲ ਅਵੇਲੇਬਲ ਸੀ, ਪ੍ਰਾਪਤ ਸੀ, ਉਹਨੇ ਮਹਾਰਾਜ ਦੀ ਸੇਵਾ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਹੱਥ ਜੋੜ ਕੇ ਆਖਦਾ, ਮਹਾਰਾਜ ਧੰਨ ਭਾਗ ਮੇਰੇ, ਤੁਸੀਂ ਪਰਉਪਕਾਰ ਕਰਨ ਵਾਲੇ, ਸਾਰਿਆਂ ਨੂੰ ਉਪਦੇਸ਼ ਵੰਡਣ ਵਾਲੇ, ਕਿੰਨੇ ਲੋਕਾਂ ਦਾ ਭਲਾ ਕਰਨ ਵਾਲੇ ਹੋ। ਆਪ ਚੱਲ ਕੇ ਮੇਰੇ ਘਰ ਵਿੱਚ ਆਏ। ਮੇਰਾ ਤਾਂ ਸਾਰਾ ਸਮਾਂ ਇਸ ਤਰ੍ਹਾਂ ਦੀ ਕਿਰਤਕਾਰ ਦੇ ਚਿੰਤਾ ਝਮੇਲਿਆਂ 'ਚ ਲੰਘ ਜਾਂਦਾ, ਮੈਂ ਤੁਹਾਡੇ ਦਰਸ਼ਨ ਕਰਨ ਵੀ ਨਹੀਂ ਜਾ ਸਕਿਆ। ਆਪ ਚੱਲ ਕੇ ਤੁਸੀਂ ਆ ਗਏ। ਪਰ ਮਹਾਰਾਜ ਇੱਕ ਗੱਲ ਦੀ ਖਿਮਾ ਜ਼ਰੂਰ ਮੰਗਦਾ ਵੀ ਮੈਂ ਤੁਹਾਡੀ ਕੋਈ ਸੇਵਾ ਖਾਤਰ ਨਹੀਂ ਕਰ ਸਕਿਆ। ਤੁਸੀਂ ਆਪ ਚੱਲ ਕੇ ਆਏ, ਪਰ ਮੇਰੇ ਕੋਲ ਵੇਖੋ ਤੁਹਾਨੂੰ ਦੇਣ ਵਾਸਤੇ, ਤੁਹਾਡੀ ਸੇਵਾ ਕਰਨ ਵਾਸਤੇ ਵੀ ਕੋਈ ਸਾਧਨ ਨਹੀਂ ਹੈ। ਇਹ ਠੀਕ ਹੈ ਵੀ ਬੰਦੇ ਕੋਲ ਸੋਰਸ ਤੇ ਸਾਧਨ ਹੋਣ, ਅਸੀਂ ਦੂਸਰਿਆਂ ਦੀ ਚੰਗੀ ਖਾਤਰ ਕਰ ਸਕਦੇ ਹਾਂ, ਹੈਲਪ, ਮਦਦ, ਸੇਵਾ ਕਰ ਸਕਦੇ ਹਾਂ। ਪਰ ਇੱਕ ਗੱਲ ਹੋਰ ਯਾਦ ਰੱਖੀਏ, ਕਈ ਵਾਰ ਬੰਦਾ ਧਨ ਪਦਾਰਥ ਨਾਲ ਤਾਂ ਦੂਸਰੇ ਦੀ ਸੇਵਾ ਕਰ ਦਿੰਦਾ ਹੈ। ਧਨ ਪਦਾਰਥ ਵੰਡ ਕੇ ਸੋਚਦਾ ਹੈ ਵੀ ਬਸ ਮੁਕੰਮਲ ਹੋ ਗਿਆ ਸਾਰਾ ਕੰਮ। ਪਰ ਬੰਦੇ 'ਚ ਇਹ ਖੂਬੀ ਨਹੀਂ ਆਉਂਦੀ ਵੀ ਉਹ ਦੂਸਰੇ ਇਨਸਾਨ ਨੂੰ ਇਨਸਾਨ ਸਮਝ ਕੇ ਉਹਦਾ ਸਤਿਕਾਰ ਰੱਖ ਸਕੇ। ਇਹ ਬੜੀ ਵੱਡੀ ਪ੍ਰੋਬਲਮ ਹੈ ਮਨੁੱਖ ਦੇ ਜੀਵਨ ਅੰਦਰ। ਇਨਸਾਨ ਨੂੰ ਇਨਸਾਨ ਦੀ ਰਿਸਪੈਕਟ ਕਰਨੀ ਜਿੰਨਾ ਚਿਰ ਨਹੀਂ ਆਉਂਦੀ, ਧਨ ਦੌਲਤ ਦੀ ਸੇਵਾ ਦਾ ਕੀ ਮਤਲਬ ਰਹਿ ਜਾਏਗਾ। ਅਸਲ ਗੱਲ ਤਾਂ ਮਨੁੱਖ ਤਾਂ ਰੁਲ ਗਿਆ, ਸਾਧਨ ਵੰਡ ਦਿੱਤੇ, ਸਾਧਨ ਆ ਗਏ ਇਨਸਾਨ ਦੇ ਕੋਲ, ਪਰ ਮਨੁੱਖ ਦੀ ਜਿਹੜੀ ਖੂਬੀ ਹੋਣੀ ਚਾਹੀਦੀ ਉਹ ਘਟ ਗਈ ਅੰਦਰੋਂ। ਤੋ ਸਭ ਤੋਂ ਵੱਡੀ ਮੁਸ਼ਕਲ ਸੰਸਾਰ ਦੀ ਇਹ ਹੈ, ਧਰਮ ਦੇ ਨਾਂ ਉੱਤੇ ਬੜੀ ਦੁਨੀਆ ਦਾਨ ਦਿੰਦੀ, ਬਹੁਤ ਕੁਝ ਵੰਡਦੀ ਤੇ ਕਰਦੀ ਹੈ, ਪਰ ਇਨਸਾਨ ਨੂੰ ਇਨਸਾਨ ਸਮਝਣ ਦਾ ਸੁਭਾਅ ਸਾਡੇ ਅੰਦਰ ਪੈਦਾ ਨਹੀਂ ਹੁੰਦਾ। ਜਿੰਨਾ ਚਿਰ ਇਹ ਅੜਚਣ ਹੈ ਸਾਡੇ ਜੀਵਨ ਅੰਦਰ, ਸੇਵਾ ਕੋਈ ਅਰਥ ਨਹੀਂ ਰੱਖਦੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕਹਿਣ ਲੱਗਿਆ, ਮਹਾਰਾਜ ਮੈਂ ਕੋਈ ਸੇਵਾ ਨਹੀਂ ਕਰ ਸਕਿਆ। ਧੰਨ ਗੁਰੂ ਅਰਜਨ ਸਾਹਿਬ ਮੁਸਕਰਾਏ, ਹਜ਼ੂਰ ਕਹਿਣ ਲੱਗੇ, ਭਾਈ ਹੇਮਾ ਜੀ ਤੁਸਾਂ ਜੋ ਕੀਤਾ ਹੈ ਨਾ ਉਹ ਸਭ ਤੋਂ ਵਧੇਰੇ ਹੈ। ਅਸੀਂ ਤੁਹਾਡੇ ਘਰ ਕੋਈ ਚੰਗਾ ਖਾਣ ਦੀ ਲਾਲਸਾ ਲੈ ਕੇ ਨਹੀਂ ਆਏ। ਤੁਹਾਡਾ ਜੈਸਾ ਵੀ ਘਰ ਹੈ ਨਾ, ਸਾਡੇ ਵਾਸਤੇ ਸਭ ਤੋਂ ਵਧੀਆ ਘਰ ਹੈ, ਕਿਉਂਕਿ ਤੁਹਾਡੇ ਸੁਭਾਅ ਵਿੱਚ ਇਹ ਖੂਬੀ ਹੈ, ਇਹ ਗੁਣ ਨੇ। ਕਿੰਨੀ ਚੰਗਿਆਈ ਹੈ ਤੁਹਾਡੇ ਸੁਭਾਅ 'ਚ, ਕਿੰਨੀ ਮਿਠਾਸ ਹੈ ਤੁਹਾਡੇ ਅੰਦਰ, ਕਿੰਨਾ ਪਰਉਪਕਾਰ ਹੈ, ਕਿੰਨਾ ਤਿਆਗ ਦਾ ਜਜ਼ਬਾ ਤੇ ਕੁਰਬਾਨੀ ਦੀ ਭਾਵਨਾ ਹੈ ਵੀ ਤੁਸੀਂ ਆਪ ਸਾਨੂੰ ਆਪਣੇ ਘਰ 'ਚ ਲਿਆ ਕੇ ਜੋ ਕੁਝ ਤੁਹਾਡੇ ਕੋਲ ਹੈ ਉਹ ਸਾਡੀ ਸੇਵਾ ਵਿੱਚ ਹਾਜ਼ਰ ਕਰ ਦਿੱਤਾ। ਇਹ ਗੁਣ ਤੁਹਾਡੇ ਅੰਦਰ ਹੈ, ਤੁਹਾਡਾ ਜੀਵਨ ਬੜਾ ਕੀਮਤੀ। ਔਰ ਦੂਸਰੀ ਗੱਲ ਮਹਾਰਾਜ ਨੇ ਕਹੀ, ਇਹ ਮਲਾਲ, ਚਿੰਤਾ ਨਾ ਕਰੋ, ਅਫਸੋਸ ਨਾ ਕਰੋ ਆਪਣੇ ਮਨ ਅੰਦਰ ਇਸ ਗੱਲ ਦਾ ਵੀ ਤੁਹਾਡਾ ਘਰ ਕੱਚਾ ਹੈ ਤੇ ਦੂਜਿਆਂ ਦੇ ਮਹਿਲ ਪੱਕੇ ਨੇ। ਤੁਹਾਡਾ ਇਹ ਘਰ ਜਿੱਥੇ ਤੁਸੀਂ ਪਰਿਵਾਰ ਦੇ 4 ਜੀ ਬੜੇ ਪਿਆਰ ਨਾਲ ਰਲ ਕੇ ਬੈਠਦੇ ਉੱਠਦੇ ਹੋ, ਜਦੋਂ ਤੁਸੀਂ ਭੋਜਨ ਖਾਣਾ ਹੁੰਦਾ ਇੱਕ ਦੂਜੇ ਦੀ ਉਡੀਕ ਕਰਦੇ ਹੋ, ਇੱਕ ਦੂਸਰੇ ਦੇ ਨਾਲ ਤੁਹਾਡਾ ਇੰਨਾ ਆਦਰ ਤੇ ਸਤਿਕਾਰ ਤੇ ਪਿਆਰ ਵਾਲਾ ਰਿਸ਼ਤਾ ਹੈ। ਇਸ ਘਰ ਤੋਂ ਵਧੀਆ ਹੋਰ ਘਰ ਕਿਹੜਾ ਹੋ ਸਕਦਾ ਹੈ, ਜਿੱਥੇ ਪਰਿਵਾਰ ਵਿੱਚ ਇੰਨਾ ਇਤਫਾਕ ਹੋਵੇ, ਚੰਗੇ ਗੁਣ ਹੋਣ, ਸਾਰਿਆਂ ਵਿੱਚ ਦਇਆ, ਹਰ ਇੱਕ ਦੇ ਨਾਲ ਤੁਸੀਂ ਕਿੰਨੇ ਪਿਆਰ ਨਾਲ ਪੇਸ਼ ਆ ਰਹੇ ਹੋ ਪਰਿਵਾਰ ਦੇ। ਇੱਕ ਮੈਂ ਬੇਨਤੀ ਕਰਾਂ, ਕਈ ਲੋਕ ਮੈਦਾਨੇ ਜੰਗ ਵਿੱਚ ਲੜਦੇ ਨੇ, ਉਹਨਾਂ ਦੀ ਲੜਾਈ ਦੇ ਅਸੀਂ ਹਾਲਾਤ ਪੜ੍ਹਦੇ ਹਾਂ, ਪਰ ਥੋੜ੍ਹਾ ਜਿਹਾ ਫਰਕ ਹੈ। ਕਈ ਲੋਕਾਂ ਨੇ 4 ਦੀਵਾਰੀ ਦੇ ਅੰਦਰ ਹੀ ਮੈਦਾਨੇ ਜੰਗ ਬਣਾ ਰੱਖੇ, ਉਹਨੂੰ ਅਸੀਂ ਘਰ ਕਹਿੰਦੇ ਹਾਂ, ਪਤਾ ਹੀ ਨਹੀਂ। 4 ਆਦਮੀ 7 ਆਦਮੀ ਜਿੰਨੇ ਵੀ ਉਸ ਪਰਿਵਾਰ ਦੇ ਜੀਅ ਨੇ, ਉਹ ਇੱਕ ਦੂਸਰੇ ਦੇ ਨਾਲ ਇਸ ਢੰਗ ਨਾਲ ਪੇਸ਼ ਆਉਂਦੇ ਨੇ, ਮੰਨ ਲਓ ਵੀ ਉਹਨਾਂ ਨੇ ਵੀ ਘਰ ਦੀ ਹੈ ਉਹ ਵੀ ਲੜਾਈ ਦੇ ਮੈਦਾਨ ਵਿੱਚ, ਪਰ ਫਰਕ ਇਹ ਵੀ ਕੰਧਾਂ ਦੇ ਓਹਲੇ ਉਹ ਸਾਰਾ ਕੁਝ ਹੋ ਰਿਹਾ ਹੈ। ਇੰਨਾ ਅਪਸੈਟ ਮਾਹੌਲ ਹੈ, ਇੰਨੀ ਤੰਗ ਦਿਲੀ ਹੈ, ਇੱਕ ਦੂਸਰੇ ਨਾਲ ਹਰ ਗੱਲ ਤੋਂ ਇੰਨੀ ਖਿਝ ਹੈ, ਇੰਨਾ ਗੁੱਸਾ ਹੈ ਜੀਵਨ ਅੰਦਰ। ਕੋਈ ਕਿਸੇ ਲਈ ਤਿਆਗ ਕਰਨ ਲਈ ਰਾਜ਼ੀ ਨਹੀਂ, ਕੋਈ ਕਿਸੇ ਲਈ ਦਇਆ ਰੱਖ ਕੇ ਖੁਸ਼ ਨਹੀਂ, ਕੋਈ ਕਿਸੇ ਨੂੰ ਬਰਦਾਸ਼ਤ ਕਰਕੇ ਖੁਸ਼ ਨਹੀਂ। ਹੁਣ ਧਿਆਨ ਦੇਣਾ, ਘਰ ਬਹੁਤ ਵੱਡਾ ਹੋਵੇ, ਬੜਾ ਪੱਕਾ ਹੋਵੇ, ਪਰ ਜੇ ਉਸ ਵਿੱਚ ਰਹਿਣ ਵਾਲਿਆਂ ਦੀ ਇਹ ਹਾਲਤ ਹੈ ਨਾ, ਤਾਂ ਉਹ ਕੁੱਲੀ ਤੇ ਕੱਖਾਂ ਦੀ ਉਸ ਝੌਂਪੜੀ ਨਾਲੋਂ ਵੀ ਗਿਆ ਗੁਜ਼ਰਿਆ ਘਰ ਹੈ। ਖਾਲੀ ਕੰਧਾਂ ਨੂੰ ਘਰ ਥੋੜ੍ਹੀ ਨਾ ਕਿਹਾ ਜਾਂਦਾ। ਅਸੀਂ ਮਟੀਰੀਅਲ ਨਾਲ ਇੱਕ ਬਿਲਡਿੰਗ ਹੀ ਤਿਆਰ ਕਰ ਸਕਦੇ ਹਾਂ, ਘਰ ਨਹੀਂ ਬਣਾ ਸਕਦੇ। ਧਿਆਨ ਦੇਣਾ ਇਸ ਗੱਲ ਵੱਲ। ਬਾਹਰ ਦਾ ਮਟੀਰੀਅਲ ਲੱਕੜੀ ਲਾ ਕੇ, ਪੱਥਰ ਲਾ ਕੇ, ਇਸ ਮਟੀਰੀਅਲ ਨਾਲ ਅਸੀਂ ਕੇਵਲ ਬਿਲਡਿੰਗ ਬਣਾ ਸਕਦੇ ਹਾਂ ਰਹਿਣ ਵਾਸਤੇ, ਘਰ ਨਹੀਂ ਬਣਾ ਸਕਦੇ।
ਘਰ ਉਹਨੂੰ ਕੌਣ ਬਣਾਏਗਾ? ਉਸ ਘਰ ਦੇ ਉਸ ਬਿਲਡਿੰਗ ਵਿੱਚ ਰਹਿਣ ਵਾਲਾ ਜਿਹੜਾ ਪਰਿਵਾਰ ਹੈ ਨਾ, ਉਹਦੀ ਰਹਿਣੀ ਨੇ ਉਹਨੂੰ ਘਰ ਬਣਾਉਣਾ ਹੈ। ਨਹੀਂ ਤੇ ਹੋ ਸਕਦਾ ਹੈ ਉਹ ਵੀ ਲੜਾਈ ਦਾ ਮੈਦਾਨ ਹੀ ਹੋਵੇ। ਫਰਕ ਇੰਨਾ ਹੈ ਵੀ ਚਾਰ ਦੀਵਾਰੀ ਬਣੀ ਹੋਈ ਹੈ, ਬਾਹਰ ਨਾ ਦਿਸੇ ਪਰ ਅੰਦਰ ਜੋ ਕੁਝ ਹੈ ਉਹ ਬੜਾ ਹੀ ਭਿਅੰਕਰ ਹੈ। ਅੰਦਰ ਜੋ ਹਾਲਾਤ ਨੇ ਉਹ ਬੜੇ ਹੀ ਨਾਜ਼ੁਕ ਨੇ। ਉੱਥੇ ਜੋ ਸਬੰਧ ਨੇ ਬੜੇ ਹੀ ਤਿੜਕੇ ਤੇ ਕਸੈਲੇ ਸਬੰਧ ਨੇ। ਇਸ ਚੀਜ਼ ਦਾ ਅੰਤਰ ਸਮਝਣਾ ਬੜਾ ਜ਼ਰੂਰੀ ਹੈ। ਜਦੋਂ ਅਸੀਂ ਕੋਈ ਨਵੀਂ ਬਿਲਡਿੰਗ ਤਿਆਰ ਕਰਦੇ ਹਾਂ, ਜਿਹਨੂੰ ਅਸੀਂ ਘਰ ਕਹਿੰਦੇ ਹਾਂ, ਤਾਂ ਉਸ ਦਾ ਅਸੀਂ ਕਈ ਵਾਰ ਸ਼ੁਕਰਾਨਾ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ, ਜਾਂ ਸੰਗਤ ਦੀ ਸੇਵਾ ਕਰਕੇ, ਜਾਂ ਅਰਦਾਸ ਕਰਕੇ। ਇਹ ਬੜੀ ਚੰਗੀ ਗੱਲ ਹੈ। ਪਰ ਇੱਕ ਕੰਮ ਹੋਰ ਵੀ ਜਿਹੜਾ ਨਾਲ ਕਰ ਲਿਆ ਜਾਏ ਤੇ ਹੋਰ ਵੀ ਬਿਹਤਰ ਹੋ ਜਾਏ, ਉਹ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਇਹ ਜੁਗਤ ਸਿੱਖਣੀ, ਤੇ ਅਸੀਂ ਇਸ ਨੂੰ ਸੁਹਾਵਣਾ ਤੇ ਵਧੀਆ ਘਰ ਕਿਵੇਂ ਬਣਾ ਸਕਦੇ ਹਾਂ। ਤਾਂ ਅੱਜ ਸਮਾਜ ਦੀ ਜਿਹੜੀ ਸਭ ਤੋਂ ਵੱਡੀ ਮੁਸ਼ਕਲ ਹੈ, ਉਹ ਬਿਲਡਿੰਗ ਤਾਂ ਤਿਆਰ ਪੈਸੇ ਨਾਲ ਹੋ ਜਾਂਦੀ ਹੈ, ਪਰ ਉਹਨੂੰ ਘਰ ਬਣਾਉਣ ਦੇ ਉੱਤੇ ਜਿਹੜਾ ਵਰਕ ਕਰਨਾ ਪੈਂਦਾ ਉਹ ਨਹੀਂ ਹੁੰਦਾ। ਅਸੀਂ ਸਮਝਦੇ ਹਾਂ ਚਾਰ ਜੀ ਰਹਿ ਰਹੇ ਹਾਂ, ਭਾਵੇਂ ਕੋਈ ਕਿਸੇ ਨਾਲ ਗੁੱਸੇ ਹੈ ਜਾਂ ਰਾਜ਼ੀ ਹੈ, ਕੋਈ ਕਿਸੇ ਦੇ ਲਈ ਮਨ 'ਚ ਦਇਆ ਰੱਖਦਾ ਜਾਂ ਨਹੀਂ ਰੱਖਦਾ, ਕੋਈ ਕਿਸੇ ਦੇ ਲਈ ਖਿੱਚਦਾ ਰਹੇ, ਭਾਵੇਂ ਗੁੱਸਾ ਕਰਦਾ ਰਹੇ, ਲੜਾਈ ਹੁੰਦੀ ਰਹੇ, ਅਪਸੈਟ ਰਵੇ ਮਾਹੌਲ, ਚਲੋ ਘਰ ਤੇ ਹੈ ਨਾ। ਅਸੀਂ ਇਸ ਸਮਝੌਤੇ ਨਾਲ ਚੱਲ ਰਹੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਸਾਨੂੰ ਇਸ ਪੱਖੋਂ ਬਹੁਤ ਸੁਚੇਤ ਕਰਦੀ। ਅਗਰ ਜ਼ਿੰਦਗੀ ਦਾ ਸਵਾਦ ਦੇਖੋ, ਪੰਛੀ ਵੀ ਆਪਣੇ ਲਈ ਕੱਖ ਇਕੱਠੇ ਕਰਕੇ ਆਲ੍ਹਣਾ ਬਣਾਉਂਦੇ ਨੇ, ਘਰ ਉਹਨਾਂ ਲਈ ਵੀ ਬੜਾ ਮਹੱਤਵਪੂਰਨ ਹੁੰਦਾ ਹੈ। ਇਨਸਾਨ ਸੰਸਾਰ ਵਿੱਚ ਕਿਤੇ ਵੀ ਚਲਾ ਜਾਏ, ਉਸ ਦਾ ਧਿਆਨ ਵਾਪਸ ਉਹਨੇ ਜਿੱਥੇ ਮੁੜ ਕੇ ਆਉਣਾ ਹੈ ਉਹਨੂੰ ਉਹ ਆਪਣਾ ਘਰ ਮੰਨਦਾ ਹੈ। ਪਰ ਜਿਸ ਜਗ੍ਹਾ 'ਤੇ ਉਸਨੇ ਪਰਮਾਨੈਂਟ ਰਹਿਣਾ ਹੈ, ਜਿੱਥੇ ਉਸਦੇ ਸਾਰੇ ਦੁੱਖ ਤੇ ਸੁੱਖ ਜੁੜੇ ਹੋਏ ਨੇ, ਜਿੱਥੇ ਉਹਨੇ ਵਾਪਸ ਪਰਤਣਾ ਹੈ, ਅਗਰ ਉਹ ਜਗ੍ਹਾ ਇੰਨੀ ਖੇਜ ਵਾਲੀ ਹੋਵੇ, ਕੁੜਤਣ ਭਰਪੂਰ ਹੋਵੇ, ਤਾਂ ਕਿਆਸ ਕੀਤਾ ਜਾ ਸਕਦਾ ਹੈ ਕਿ ਮਨੁੱਖ ਕਿੰਨੀ ਵੱਡੀ ਤਕਲੀਫ ਵਿੱਚ ਹੈ, ਕਿੰਨੇ ਵੱਡੇ ਦੁੱਖ ਵਿੱਚ ਹੈ। ਉਹ ਦੁੱਖ ਤੇ ਉਹ ਤਕਲੀਫ ਨਾ ਧਾਗਿਆਂ ਨਾਲ ਦੂਰ ਕੀਤੀ ਜਾ ਸਕਦੀ ਹੈ, ਨਾ ਕਿਸੇ ਕੋਲੋਂ ਪੱਤਰੀਆਂ ਖੁਲਾਇਆ, ਨਾ ਹੱਥ ਵਿਖਾਇਆ, ਨਾ ਗ੍ਰਹਿ ਪੂਜਾ, ਨਾ ਰਾਸ਼ੀਆਂ ਦੇ ਚੱਕਰਾਂ 'ਚ ਪੈ ਕੇ, ਨਾ ਅੰਗੂਠੀਆਂ ਨਗ ਵਾਲੀਆਂ ਪਾ ਕੇ। ਉਹ ਜਿਹੜੀ ਪ੍ਰੋਬਲਮ ਹੈ ਨਾ, ਉਹ ਸਮਝ ਨਾਲ, ਕੋਆਪਰੇਟ ਕਰਨ ਨਾਲ, ਕੁਝ ਖੂਬੀਆਂ ਆਪਣੇ ਜੀਵਨ 'ਚ ਲਿਆਉਣ ਨਾਲ ਦੂਰ ਹੋ ਸਕਦੀ ਹੈ। ਉਸ ਨੂੰ ਗੁਰਬਾਣੀ ਕਹਿੰਦੀ ਹੈ, ਨਿਵਣ ਸੋ ਅੱਖਰ ਖਵਣ ਗੁਣ ਜੇਬਾ ਮਣੀਆਂ ਮੰਤ। ਨਿਉਣਾ, ਨਿਮਰਤਾ 'ਚ ਰਹਿਣਾ, ਹਲੇਮੀ ਰੱਖਣੀ। ਖਵਣ ਦਾ ਅਰਥ ਹੈ ਬਰਦਾਸ਼ਤ ਕਰਨਾ। ਇਹ ਕੁਝ ਖੂਬੀਆਂ ਨੇ ਨਾ, ਅਗਰ ਬੰਦਾ ਇਹਨਾਂ ਦਾ ਬੈਲੈਂਸ ਨਾ ਰੱਖੇ ਤਾਂ ਤੁਸੀਂ ਵੇਖੋ ਕਿਤੇ ਵੀ ਉਹ ਕਿਸੇ ਨਾਲ ਵੀ ਵਰਤ ਨਹੀਂ ਸਕਦਾ। ਜੇ ਬੰਦੇ 'ਚ ਨਿਮਰਤਾ ਨਹੀਂ, ਹਲੇਮੀ ਨਹੀਂ, ਹੋਸ਼ਾਪਨ ਹੈ, ਤਾਂ ਵੀ ਮਸਲਾ ਵਿਗੜ ਜਾਏਗਾ। ਜੇ ਸਾਡੇ ਅੰਦਰ ਬਰਦਾਸ਼ਤ ਕਰਨ ਦਾ ਮਾਦਾ ਨਹੀਂ, ਕਾਫੀ ਹੱਦ ਤੱਕ ਬਰਦਾਸ਼ਤ ਕਰਨ ਦਾ ਮਾਦਾ ਇਨਸਾਨ ਵਿੱਚ ਚਾਹੀਦਾ ਹੈ। ਅਕਸਰ ਕੀ ਹੁੰਦਾ ਹੈ, ਅਸੀਂ ਦੂਸਰੇ ਦੀ ਗਲਤੀ ਨੂੰ ਬਰਦਾਸ਼ਤ ਨਹੀਂ ਕਰਦੇ, ਪਰ ਇਹ ਅਸਰ ਦੂਸਰੇ ਕੋਲੋਂ ਰੱਖਦੇ ਹਾਂ ਵੀ ਜਦੋਂ ਮੈਂ ਗਲਤੀ ਕਰਾਂ ਦੂਸਰੇ ਬਰਦਾਸ਼ਤ ਕਰਨ, ਮੇਰੇ ਨਾਲ ਕੋਆਪਰੇਟ ਕਰਨ। ਹੈਰਾਨੀ ਦੀ ਗੱਲ ਹੈ ਨਾ ਵੀ ਜਿਹੜੀ ਚੀਜ਼ ਅਸੀਂ ਆਪਣੇ ਵਾਸਤੇ ਦੂਸਰੇ ਕੋਲੋਂ ਚਾਹੁੰਦੇ ਹਾਂ, ਉਹ ਚੀਜ਼ ਆਪ ਦੇਣ ਵਾਸਤੇ ਅਸੀਂ ਤਿਆਰ ਨਹੀਂ। ਅਸੀਂ ਗਲਤੀ ਕਰੀਏ ਤੇ ਚਾਹੁੰਦੇ ਹਾਂ ਦੂਸਰਾ ਸਾਨੂੰ ਮੁਆਫ ਕਰੇ, ਸਾਡੇ ਸੁਧਰਨ ਵਿੱਚ ਸਾਡੀ ਸਹਾਇਤਾ ਕਰੇ, ਪਰ ਜਦੋਂ ਦੂਸਰਾ ਉਸ ਜਗ੍ਹਾ 'ਤੇ ਖੜਾ ਹੁੰਦਾ ਹੈ, ਅਸੀਂ ਬਿਲਕੁਲ ਵੀ ਉਹਦੇ ਨਾਲ ਕੋਆਪਰੇਟ ਨਹੀਂ ਕਰਦੇ। ਇਸ ਹਾਲਾਤ ਨੂੰ ਅਸੀਂ ਫਿਰ ਬੜੇ ਗੰਭੀਰ ਮੋੜ ਲਿਆ ਦਿੰਦੇ ਹਾਂ। ਤਾਂ ਹੀ ਉਹ ਗੁਰਬਾਣੀ ਨੇ ਆਖਿਆ ਖਵਣ, ਨਿਮਰਤਾ। ਨਿਮਰਤਾ ਤੋਂ ਬਾਅਦ ਵਾਰੀ ਆਉਂਦੀ ਹੈ ਧੀਰਜ ਦੀ, ਬਰਦਾਸ਼ਤ ਕਰਨ ਦੀ। ਤੀਸਰੀ ਗੱਲ ਆਖੀ ਜੇਬਾ ਮਣੀਆਂ ਮੰਤ, ਗੱਲ ਕਹਿਣ ਦਾ ਅੰਦਾਜ਼। ਕਈ ਵਾਰ ਕੋਈ ਘਰ ਵਿੱਚ ਗਲਤੀ ਬੱਚਾ ਵੀ ਕਰਦਾ ਹੈ ਨਾ, ਤੇ ਸਿਆਣੇ ਮਾਂ-ਬਾਪ ਕਈ ਵਾਰ ਉਸ ਨੂੰ ਜਦੋਂ ਰੋਕਦੇ ਨੇ, ਬੜੇ ਵੱਖ-ਵੱਖ ਤਰੀਕਿਆਂ ਨਾਲ, ਤਜਰਬੇਕਾਰ ਜਿਹੜੇ ਮਾਤਾ ਪਿਤਾ ਨੇ ਉਹ ਰੋਕਦੇ ਨੇ। ਕਈ ਵਾਰ ਉਹਨੂੰ ਟੋਕਿਆ ਵੀ ਜਾਂਦਾ ਹੈ ਤੇ ਇਸ ਅੰਦਾਜ਼ ਵਿੱਚ ਵੀ ਉਹਨੂੰ ਪਤਾ ਵੀ ਲੱਗ ਜਾਏ ਵੀ ਇਹ ਗਲਤੀ ਹੈ, ਪਰ ਉਹਦੇ ਮਨ ਨੂੰ ਮਹਿਸੂਸ ਵੀ ਨਾ ਹੋਵੇ ਵੀ ਮੇਰੀ ਬੇਇੱਜ਼ਤੀ ਕੀਤੀ ਗਈ ਹੈ। ਖਾਸ ਤੌਰ 'ਤੇ ਅੱਜ ਦੇ ਜ਼ਮਾਨੇ ਅੰਦਰ ਜੇਬਾਂ ਮਣੀਆਂ ਮੰਤ ਦਾ ਅਰਥ ਹੈ ਮਿੱਠੇ ਬੋਲ, ਸੁਧਾਰਵਾਦੀ ਬੋਲ, ਜਿਨ੍ਹਾਂ ਦੇ ਵਿੱਚ ਕਿਸੇ ਕਿਸਮ ਦੀ ਖਿਝ ਨਹੀਂ, ਕੁੜਤਣ ਨਹੀਂ। ਹੁਣ ਇਹ ਕੁਝ ਤਰੀਕੇ ਨੇ, ਗੁਣ ਨੇ। ਹੁਣ ਤੁਸੀਂ ਅੰਦਾਜ਼ਾ ਲਾਓ, ਜਿਨ੍ਹਾਂ ਥਾਵਾਂ 'ਤੇ ਅਸੀਂ ਜਾਂਦੇ ਹਾਂ ਉਹ ਕੋਈ ਨਹੀਂ ਦੱਸਦਾ ਵੀ ਆਹ ਚੀਜ਼ਾਂ ਤੁਹਾਡੇ ਘਰ 'ਚ ਇਹਨਾਂ ਦੀ ਘਾਟ ਹੈ, ਇਹ ਲੈ ਕੇ ਆਓ। ਉਹਨਾਂ ਨੂੰ ਲੋੜ ਹੀ ਕੀ ਹੈ, ਉਹ ਤਾਂ ਬਿਜ਼ਨਸ ਕਰਨ ਵਾਸਤੇ ਬੈਠੇ ਨੇ। ਜਿੰਨੀਆਂ ਕੋ ਵੱਧ ਪ੍ਰੋਬਲਮ ਦੱਸੇਗਾ ਉਹਨਾਂ ਨੂੰ, ਓਨਾ ਹੀ ਉਹਨਾਂ ਦਾ ਬਿਜ਼ਨਸ ਚਮਕੇਗਾ।
ਜਿੰਨੀਆਂ ਕੋਈ ਆਪਣੇ ਘਰ ਦੀਆਂ ਕਮਜ਼ੋਰੀਆਂ ਬਿਆਨ ਕਰੇਗਾ ਨਾ ਉਹਨਾਂ ਸਾਹਮਣੇ, ਉਨੀ ਹੀ ਉਹਨਾਂ ਦੀ ਦੁਕਾਨ ਜ਼ਿਆਦਾ ਚੱਲੇਗੀ, ਕਿਉਂਕਿ ਉਹ ਸਾਡੀ ਕਮਜ਼ੋਰੀ, ਸਾਡੇ ਘਰ ਦੀਆਂ ਜੋ ਔਗਣ ਨੇ, ਊਣਤਾਈਆਂ ਨੇ, ਉਹਨਾਂ ਦੇ ਆਸਰੇ ਦੇ ਉੱਤੇ ਹੀ ਤਾਂ ਉਹਨਾਂ ਦਾ ਬਿਜ਼ਨਸ ਚੱਲਣਾ। ਅਗਰ ਉਹ ਹੱਲ ਹੋ ਗਈ ਤਾਂ ਕਿਵੇਂ ਚੱਲੇਗਾ? ਨਹੀਂ ਚੱਲ ਸਕੇਗਾ। ਤੋ ਸਾਡੇ ਹੱਥ ਵਿੱਚ ਪਾਈ ਹੋਈ ਨਗ ਵਾਲੀ ਮੁੰਦਰੀ ਜਿਹੜੀ ਜੋਤਸ਼ੀ ਨੇ ਬਣਾ ਕੇ ਦਿੱਤੀ ਹੈ, ਸਾਡੇ ਸਰੀਰ ਨੂੰ ਬੱਝੇ ਹੋਏ ਧਾਗੇ ਰੰਗ ਬਿਰੰਗੇ, ਜਾਂ ਕੋਈ ਐਸੇ ਸਾਧਨ, ਬਾਹਰ ਦੀ ਪੂਜਾ ਕੀ ਕਰੇਗੀ ਜਦੋਂ ਸਾਡੇ ਵਿਹਾਰ ਵਿੱਚ ਏਡੀ ਵੱਡੀ ਖਾਮੀ ਹੋਵੇ ਵੀ ਸਾਡੇ ਵਿਹਾਰ ਤੋਂ ਹੀ ਸਾਰੀ ਪ੍ਰੋਬਲਮ ਕ੍ਰੀਏਟ ਹੋ ਜਾਏ, ਮੁਸ਼ਕਿਲਾਂ ਖੜੀਆਂ ਹੋ ਜਾਣ। ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ। ਤਾਈਓ ਬਾਣੀ ਨੇ ਕਿਹਾ, ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਗੁਰੂ ਨੂੰ ਮਿਲਣ ਦਾ ਅਰਥ ਹੈ ਗੁਰੂ ਕੋਲੋਂ ਚੱਜ ਆਚਾਰ, ਜ਼ਿੰਦਗੀ ਦਾ ਸੁਚੱਜਾ ਵਿਹਾਰ ਸਿੱਖ ਲੈਣਾ। ਜਿਹੜੀਆਂ ਮੁੱਢਲੀਆਂ ਗੱਲਾਂ ਨੇ, ਜੋ ਇੱਕ ਇਨਸਾਨ ਵਿੱਚ ਕੋਈ ਖੂਬੀ ਚਾਹੀਦੀ ਹੈ, ਉਹ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਭਰਮਾਂ ਤੋਂ ਤਾਂ ਹੀ ਰੋਕਦੇ ਨੇ ਵੀ ਇਹ ਸਭ ਲੁੱਟ ਦੇ ਕੇਂਦਰ ਨੇ, ਐਸੀਆਂ ਚੀਜ਼ਾਂ, ਇਹ ਸਭ ਬਿਜ਼ਨਸ ਹੈ। ਇਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ, ਅਸਲ ਕੰਮ ਤੇਰੇ ਲਈ ਜੋ ਕਰਨ ਗੋਚਰ ਹੈ ਉਹ ਇਹ ਹੈ। ਤੋ ਇੱਥੇ ਆ ਕੇ ਇੱਕ ਫਰਕ ਪੈਂਦਾ ਸਾਡਾ। ਕਈ ਵਾਰ ਅਸੀਂ ਗੁਰਮਤਿ ਬਾਰੇ ਬੜਾ ਗਲਤ ਅੰਦਾਜ਼ਾ ਲਾ ਲੈਂਦੇ ਹਾਂ ਕਿ ਗੁਰਬਾਣੀ ਵੇਖੋ ਜੀ, ਸਿੱਖ ਧਰਮ ਦਾ ਪ੍ਰਚਾਰ ਸਾਨੂੰ ਇੱਥੋਂ ਰੋਕਦਾ, ਉੱਥੋਂ ਰੋਕਦਾ, ਉੱਥੋਂ ਰੋਕਦਾ। ਇਸ ਵਿੱਚ ਗੁਰੂ ਦਾ ਕੋਈ ਭਲਾ ਨਹੀਂ, ਇਸ ਵਿੱਚ ਭਲਾ ਸਾਡਾ ਹੈ, ਕਿਉਂਕਿ ਗੁਰੂ ਸਾਹਿਬ ਨਹੀਂ ਚਾਹੁੰਦੇ ਗਲਤ ਹੱਥਾਂ ਵਿੱਚ ਚੜ੍ਹ ਕੇ ਅਸੀਂ ਆਪਣੀ ਮੁਸ਼ਕਿਲ ਨੂੰ ਵਧਾਉਂਦੇ ਤੁਰੇ ਜਾਈਏ। ਅਸਲ ਪ੍ਰੋਬਲਮ ਵਾਲੇ ਪਾਸੇ, ਅਸਲ ਹੱਲ ਵਾਲੇ ਪਾਸੇ, ਦੋਵਾਂ ਗੱਲਾਂ ਵੱਲ ਹੀ ਸਾਡਾ ਧਿਆਨ ਬਹੁਤ ਘੱਟ ਜਾਂਦਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬੜੀ ਕੀਮਤੀ ਗੱਲ ਕਹੀ, ਕਹਿਣ ਲੱਗੇ, ਤੁਹਾਡਾ ਘਰ ਬੜਾ ਸੋਹਣਾ ਔਰ ਸਭ ਤੋਂ ਵਧੀਆ ਘਰ ਹੈ। ਮੈਂ ਇਸ ਬਿਲਡਿੰਗ ਵੱਲ ਨਹੀਂ ਜਾ ਰਿਹਾ, ਮੈਂ ਵੇਖ ਰਿਹਾ ਇਸ ਘਰ ਵਿੱਚ ਰਹਿਣ ਵਾਲਿਆਂ 'ਚ ਕਿੱਡੀ ਵੱਡੀ ਖੂਬੀ ਹੈ। ਆਪਸ ਵਿੱਚ ਜੋ ਸਨੇਹ ਹੈ, ਜੋ ਪਿਆਰ ਹੈ, ਜੋ ਮੁਹੱਬਤ ਹੈ, ਇੱਕ ਦੂਜੇ ਲਈ ਜੋ ਤਿਆਗ ਹੈ, ਜੋ ਦਇਆ ਹੈ, ਜੋ ਵੰਡ ਕੇ ਛਕਣ ਦੀ ਭਾਵਨਾ ਹੈ, ਉਹ ਸਭ ਤੋਂ ਵੱਡੀ ਗੱਲ ਹੈ। ਔਰ ਉਹਨਾਂ ਗੁਣਾਂ ਨੇ ਤੁਹਾਡੇ ਇਸ ਘਰ ਨੂੰ ਸੋਹਣਾ ਬਣਾ ਰੱਖਿਆ। ਸਤਿਗੁਰੂ ਜੀ ਇੱਕ ਬਚਨ ਕਹਿੰਦੇ ਨੇ, ਗੁਰੂ ਅਰਜਨ ਸਾਹਿਬ ਕਹਿੰਦੇ, ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ। ਉਹ ਕੱਖਾਂ ਦੀ ਕੁੱਲੀ ਵੀ ਚੰਗੀ ਹੈ ਜਿਹਦੇ ਵਿੱਚ ਰੱਬ ਦੇ ਗੁਣ ਗਾਏ ਜਾਂਦੇ ਨੇ। ਜਿੱਥੇ ਰੱਬੀ ਜੀਵਨ ਜਿਉਣ ਵਾਲੇ, ਚੰਗਾ ਕਿਰਦਾਰ ਰੱਖਣ ਵਾਲੇ, ਜਿੱਥੇ ਨੇਕ ਧਰਮੀ ਲੋਕ ਵੱਸਦੇ ਨੇ, ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ। ਅੱਗੇ ਕਿਹਾ, ਕਿਤ ਹੀ ਕਾਮ ਨਾ ਧੌਲਰ। ਧੌਲਰ ਕਹਿੰਦੇ ਨੇ ਬਹੁਤ ਪੱਕੇ ਮਹਿਲ, ਜਿਤ ਹਰ ਬਿਸਰਾਏ। ਜਿਨ੍ਹਾਂ ਅੰਦਰ ਰਹਿਣ ਵਾਲਿਆਂ ਕੋਲ ਜੀਵਨ ਨਹੀਂ, ਕੋਈ ਨਹੀਂ, ਮੁਰਦੇ ਹੰਨੀ ਸ਼ਾਹੀ, ਉਦਾਸ, ਹਰ ਵੇਲੇ ਚਿੰਤਾਗ੍ਰਸਤ। ਤਾਂ ਗੁਰੂ ਸਾਹਿਬ ਕਹਿੰਦੇ ਕੀ ਕਿਸ ਅਰਥ ਹੈ, ਉਹ ਕੀ ਹੈ ਉਹ? ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਦੇ ਰਾਹੀਂ ਇੱਕ ਗੁਰੂ ਨਾਨਕ ਮਹਾਰਾਜ ਦਾ ਬਚਨ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਪੰਜਾਬ ਦਾ ਇਤਿਹਾਸ ਪੜ੍ਹਦਿਆਂ ਲਾਹੌਰ ਦਾ ਜ਼ਿਕਰ ਬੜਾ ਆਉਂਦਾ ਹੈ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਜ਼ਿਕਰ ਚੱਲੇ ਅਤੇ ਲਾਹੌਰ ਦਾ ਜ਼ਿਕਰ ਚੱਲੇ, ਕਿਉਂਕਿ ਉਹਨਾਂ ਦੀ ਸ਼ਹੀਦੀ ਉੱਥੇ ਹੋਈ। ਸਿੱਖ ਇਤਿਹਾਸ ਵਿੱਚ ਬਹੁਤ ਵੱਡਾ, ਬਹੁਤ ਵਾਰੀ ਲਾਹੌਰ ਦਾ ਜ਼ਿਕਰ ਚੱਲਦਾ ਹੈ। ਜਦੋਂ ਵੀ ਸਿੱਖ ਇਤਿਹਾਸ ਦੀ ਗਾਥਾ ਚੱਲਦੀ, ਜਿੰਨੇ ਵੀ ਸਾਡੇ ਸ਼ਹੀਦ ਹੋਏ, ਬਹੁ ਗਿਣਤੀ ਸ਼ਹੀਦੀਆਂ ਜਿਹੜੀਆਂ ਨੇ ਉਹ ਲਾਹੌਰ ਦੇ ਵਿੱਚ ਕੀਤੀਆਂ ਗਈਆਂ। ਗੁਰੂ ਨਾਨਕ ਮਹਾਰਾਜ ਦਾ ਜਿਹੜਾ ਪ੍ਰਕਾਸ਼ ਹੈ, ਜਨਮ ਸਥਾਨ ਹੈ, ਉਹ ਲਾਹੌਰ ਦੀ ਨਜ਼ਦੀਕ ਪੈਂਦਾ ਹੈ, ਨਾਨਕਾਣਾ ਸਾਹਿਬ, ਜਿਹਨੂੰ ਰਾਏ ਭੋਏ ਦੀ ਤਲਵੰਡੀ ਕਹਿੰਦੇ ਸਨ। ਲਾਹੌਰ ਦਾ ਸਿੱਖ ਇਤਿਹਾਸ ਵਿੱਚ ਬੜੀ ਇੰਟਰਫੇਅਰ ਰਹੀ ਹੈ ਹਰ ਵੇਲੇ। ਕਾਰਨ ਪੰਜਾਬ ਦਾ ਇਤਿਹਾਸ ਉਹਨਾਂ ਚਿਰ ਸਮਝਿਆ ਹੀ ਨਹੀਂ ਜਾ ਸਕਦਾ ਜਿੰਨਾ ਚਿਰ ਲਾਹੌਰ ਦਾ ਜ਼ਿਕਰ ਨਾ ਹੋਵੇ। ਗੁਰੂ ਨਾਨਕ ਮਹਾਰਾਜ ਦੇ ਸਮੇਂ ਦੀ ਬਾਤ ਹੈ, ਇਹਦਾ ਉਹਨਾਂ ਪ੍ਰਮਾਣ ਆਪਣੀ ਬਾਣੀ ਵਿੱਚ ਦਿੱਤਾ ਹੈ। ਲਾਹੌਰ, ਜਿਸ ਬਾਬਤ ਗੁਰੂ ਨਾਨਕ ਮਹਾਰਾਜ ਨੇ ਕਿਹਾ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਬਹਿਰ। ਇਹ ਬਚਨ ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੇ ਹੋਏ ਨੇ। ਫਿਰ ਤੀਸਰੇ ਪਾਤਸ਼ਾਹ ਨੇ ਇਸੇ ਸ਼ਲੋਕ ਦੀ ਵਿਆਖਿਆ ਕਰਦਿਆਂ ਅੱਗੇ ਲਿਖਿਆ, ਮਹੱਲਾ ਤੀਜਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਅਸੀਂ ਕਈ ਵਾਰ ਇਸ ਭੁਲੇਖੇ 'ਚ ਅੰਮ੍ਰਿਤਸਰ ਸ਼ਬਦ ਅੰਮ੍ਰਿਤਸਰ ਸ਼ਹਿਰ ਨਹੀਂ, ਅੰਮ੍ਰਿਤਸਰ ਸ਼ਬਦ ਲਾਹੌਰ ਲਈ ਯੂਜ਼ ਕੀਤਾ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਨੇ। ਖੈਰ, ਜਿਹੜੀ ਮੈਂ ਬੇਨਤੀ ਕਰਨ ਜਾ ਰਿਹਾ,
ਕਿ ਧੰਨ ਗੁਰੂ ਨਾਨਕ ਮਹਾਰਾਜ ਨੇ ਇਹ ਸ਼ਬਦ ਕਿਉਂ ਵਰਤੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਇਸ ਦੇ ਪਿੱਛੇ ਇੱਕ ਰੀਜਨ, ਇੱਕ ਕਾਰਨ ਹੈ। ਸਭ ਤੋਂ ਅਮੀਰ, ਸਭ ਤੋਂ ਵੱਡਾ ਸ਼ਹਿਰ ਲਾਹੌਰ ਹੈ ਪੰਜਾਬ ਦੀ ਇਹ ਹਿਸਟਰੀ ਦੇ ਅੰਦਰ, ਕਿਉਂਕਿ ਲਾਹੌਰ ਰਾਜਨੀਤਿਕ ਸਰਗਰਮੀਆਂ ਦਾ ਕੇਂਦਰ ਸੀ। ਪੰਜਾਬ ਦੀਆਂ ਜਿੰਨੀਆਂ ਰਾਜਨੀਤਿਕ ਹਲਚਲ ਜਿੰਨੀ ਵਾਪਰਦੀ ਹੈ, ਜੋ ਵੀ ਸਰਗਰਮੀਆਂ ਹੁੰਦੀਆਂ ਨੇ, ਉਹ ਸਭ ਲਾਹੌਰ ਵਿੱਚ ਹੁੰਦੀਆਂ ਨੇ, ਕਿਉਂਕਿ ਲਾਹੌਰ ਪੰਜਾਬ ਦੀ ਰਾਜਧਾਨੀ ਸੀ। ਵੱਡੇ ਵੱਡੇ ਜਿਹੜਾ ਗਵਰਨਰ ਰਹਿੰਦਾ ਸੀ ਪੰਜਾਬ ਦਾ ਲਾਹੌਰ ਵਿੱਚ, ਜਿੰਨੀ ਵੱਡੀ ਅਦਾਲਤ ਸੀ ਜਿਹੜੀ ਉਹ ਲਾਹੌਰ ਵਿੱਚ, ਜਿੰਨਾ ਪੰਜਾਬ ਦਾ ਪ੍ਰਸ਼ਾਸਨ ਸੀ ਸਾਰੇ ਦਾ ਸਾਰਾ ਲਾਹੌਰ ਦੇ ਕੰਟਰੋਲ ਵਿੱਚ, ਜਿੰਨਾ ਪੰਜਾਬ ਦਾ ਟੈਕਸ ਇਕੱਠਾ ਹੋਣਾ ਲਾਹੌਰ ਜਾਣਾ, ਜਿੰਨੀਆਂ ਸਰਕਾਰ ਦੀਆਂ ਨੀਤੀਆਂ ਤਿਆਰ ਹੋਣੀਆਂ ਨੇ ਲਾਹੌਰ ਵਿੱਚ ਹੋਣੀਆਂ ਨੇ। ਅਤੇ ਹੁਣ ਤੁਸੀਂ ਅੰਦਾਜ਼ਾ ਲਾਓ, ਜਿਹੜਾ ਕੈਪੀਟਲ ਹੋਵੇ, ਰਾਜਨੀਤੀ ਹੋਵੇ, ਉੱਥੇ ਵਪਾਰ ਦੇ ਵੀ ਕੇਂਦਰ ਵੱਡੇ ਹੁੰਦੇ ਨੇ, ਅਮੀਰ ਅਤੇ ਰਈਸ ਲੋਕਾਂ ਦੇ ਵਸੇਬੇ ਵੀ ਉੱਥੇ ਹੁੰਦੇ ਨੇ। ਮਤਲਬ ਇਹ ਕਿ ਜਿੰਨੀ ਅਮੀਰੀ ਹੁੰਦੀ ਹੈ ਉਹ ਐਸੇ ਸ਼ਹਿਰਾਂ ਵਿੱਚ ਹੀ ਹੁੰਦੀ ਹੈ ਜਿੱਥੇ ਰਾਜਨੀਤੀ ਦੀਆਂ ਸਰਗਰਮੀਆਂ ਚੱਲਦੀਆਂ ਹੋਣ, ਜਿੱਥੇ ਅਦਾਲਤਾਂ ਹੋਣ, ਜਿੱਥੇ ਵਪਾਰ ਦੇ ਕੇਂਦਰ ਹੋਣ। ਤਕੜੇ ਲੋਕਾਂ ਦੇ ਉੱਥੇ ਘਰ, ਮਹਿਲ, ਮਾੜੀਆਂ, ਉੱਚੇ ਅਟਾਰੀਆਂ ਹੁੰਦੀਆਂ ਨੇ। ਗੁਰੂ ਨਾਨਕ ਮਹਾਰਾਜ ਵੇਖਦੇ ਨੇ ਲਾਹੌਰ ਦਾ ਜਿਹੜਾ ਸ਼ਹਿਰ ਹੈ, ਮਾਇਕ ਪੱਖੋਂ ਆਰਥਿਕ ਤੌਰ 'ਤੇ ਬੜਾ ਤਕੜਾ ਸ਼ਹਿਰ ਹੈ, ਬੜੀ ਅਮੀਰੀ ਹੈ ਇੱਥੇ, ਬਹੁਤ ਵੱਡਾ ਸ਼ਹਿਰ ਹੈ, ਬੜੇ ਰੱਜੇ ਪੁੱਜੇ ਲੋਕ ਰਹਿੰਦੇ ਨੇ, ਰਾਜਨੀਤਿਕ ਅਧਿਕਾਰੀ ਰਹਿੰਦੇ ਨੇ, ਵੱਡੇ ਵੱਡੇ ਆਫੀਸਰ ਉਸ ਸਮੇਂ ਦੇ ਉੱਥੇ ਵੱਸਦੇ ਨੇ। ਧਾਰਮਿਕ ਵੀ ਬਹੁਤ ਵੱਡੇ ਕੇਂਦਰ ਉੱਥੇ ਨੇ, ਔਰ ਧਾਰਮਿਕ ਲੋਕਾਂ ਦੀ ਵੀ ਉਸ ਜਗ੍ਹਾ ਦੇ ਉੱਤੇ ਬੜੀ ਤਕੜੀ ਇੱਕ ਜਮਾਤ, ਇੱਕ ਲਾਬੀ ਬੈਠੀ ਹੈ। ਸੋ ਗੁਰੂ ਨਾਨਕ ਮਹਾਰਾਜ ਇੱਕ ਗੱਲ ਹੋਰ ਦੇਖਦੇ ਨੇ ਵੀ ਘਰ ਬਹੁਤ ਉੱਚੇ ਨੇ, ਮਹਿਲ ਮਾੜੀਆਂ ਬਹੁਤ ਉੱਚੀਆਂ ਨੇ, ਅਮੀਰ ਅਤੇ ਰਈਸਾਂ ਦੀ ਗਿਣਤੀ ਬੜੀ ਚੰਗੀ ਹੈ, ਚੰਗਾ ਖਾਣ ਵਾਲੇ, ਚੰਗਾ ਪਹਿਨਣ ਵਾਲੇ, ਚੰਗਾ ਹੰਡਾਉਣ ਵਾਲੇ, ਇੱਕ ਕਰੀਮ ਜਿਹੜੀ ਹੈ ਨਾ ਸਮਾਜ ਦੀ, ਉਹ ਲਾਹੌਰ ਦੇ ਵਿੱਚ ਵਸ ਰਹੀ ਹੈ। ਪਰ ਸਵਾਲ ਇਹ ਹੈ ਵੀ ਗੁਰੂ ਨਾਨਕ ਮਹਾਰਾਜ ਨੇ ਉਹਨੂੰ ਜ਼ਹਿਰ ਕਿਉਂ ਕਿਹਾ ਲਾਹੌਰ ਸ਼ਹਿਰ ਨੂੰ? ਇਹ ਕੋਈ ਸ਼ਰਾਪ ਨਹੀਂ ਦਿੱਤਾ, ਮੈਂ ਬੇਨਤੀ ਕਰਾਂ, ਇੱਕ ਹਾਲਤ ਬਿਆਨ ਕੀਤੀ ਹੈ। ਜ਼ਹਿਰ ਉਹਨੂੰ ਕਹਿਣ ਦਾ ਕਾਰਨ ਸੀ, ਉਹ ਰੱਜੇ ਪੁੱਜੇ ਲੋਕ ਨੇ, ਚੰਗਾ ਖਾਂਦੇ ਨੇ, ਚੰਗਾ ਪਹਿਨਦੇ ਨੇ, ਬੜੇ ਸੋਹਣੇ ਮਹਿਲਾਂ ਵਿੱਚ ਰਹਿੰਦੇ ਨੇ, ਬੜਾ ਆਦਰ ਸਤਿਕਾਰ, ਉੱਚੀਆਂ ਪਦਵੀਆਂ, ਸਭ ਕੁਝ ਉਹਨਾਂ ਦੇ ਕੋਲ ਹੈ। ਭਾਵੇਂ ਉਹ ਧਾਰਮਿਕ ਸਨ ਅਤੇ ਭਾਵੇਂ ਉਹ ਰਾਜਨੀਤਿਕ ਲੋਕ ਸਨ, ਭਾਵੇਂ ਉਹ ਵਪਾਰਕ ਲੋਕ ਸਨ, ਸਾਰੇ ਇਸ ਤਰ੍ਹਾਂ ਦੀ ਜ਼ਿੰਦਗੀ, ਸੁਖੱਲੀ ਜ਼ਿੰਦਗੀ ਜੀਣ ਵਾਲੇ ਸਨ, ਮਾਇਕ ਤੌਰ 'ਤੇ, ਸਮਾਜਿਕ ਤੌਰ 'ਤੇ। ਜ਼ਹਿਰ ਕਹਿਣ ਦਾ ਕਾਰਨ ਇਹ ਹੈ ਵੀ ਇੰਨਾ ਕੁਝ ਹੁੰਦਿਆਂ ਹੋਇਆਂ ਉਹਨਾਂ ਦੇ ਕੋਲ ਜਿਹੜੇ ਫਰਜ਼ ਉਹਨਾਂ ਨੂੰ ਨਿਭਾਉਣੇ ਚਾਹੀਦੇ ਸਨ ਆਮ ਲੋਕਾਂ ਵਾਸਤੇ, ਉਹਨਾਂ ਤੋਂ ਕਿਨਾਰਾ ਕਰੀ ਬੈਠੇ ਨੇ। ਵੀ ਰਾਜਨੀਤਿਕ ਆਦਮੀ ਦੇ ਜੋ ਫਰਜ਼ ਨੇ, ਜੋ ਉਹਦੀ ਡਿਊਟੀ ਹੈ, ਜਿਹੜੇ ਉਹਨੂੰ ਕੰਮ ਕਰਨੇ ਚਾਹੀਦੇ ਨੇ, ਉਹਨਾਂ ਦਾ ਉਹਨੂੰ ਕੋਈ ਚਿੰਤਾ ਨਹੀਂ। ਧਾਰਮਿਕ ਬੰਦੇ ਦੇ ਜੋ ਫਰਜ਼ ਨੇ, ਸਮਾਜ ਦੀ ਉੱਚੀ ਪਦਵੀ 'ਤੇ ਬੈਠੇ ਹੋਏ ਬੰਦੇ ਦੇ ਜੋ ਫਰਜ਼ ਨੇ, ਉਹ ਸਭ ਕੀ ਕਰ ਰਹੇ ਨੇ? ਫਰਜ਼ਾਂ ਨੂੰ ਭੁਲਾ ਕੇ ਜਦੋਂ ਸਵੇਰ ਦਾ ਵਕਤ ਹੁੰਦਾ, ਦਿਨ ਚੜ੍ਹਨ ਦਾ ਸਮਾਂ ਹੁੰਦਾ, ਜਿਸ ਵੇਲੇ ਦੂਸਰੇ ਮਜ਼ਹਬਾਂ ਵਾਲੇ ਆਪਣੀ ਆਪਣੀ ਕੋਈ ਪੂਜਾ ਕਰ ਰਿਹਾ, ਕੋਈ ਨਮਾਜ਼ ਪੜ੍ਹ ਰਿਹਾ, ਕੋਈ ਰੱਬ ਨੂੰ ਯਾਦ ਕਰ ਰਿਹਾ, ਕੋਈ ਕਿਰਤ ਵਾਸਤੇ ਆਪਣਾ ਤਿਆਰੀ ਕਰ ਰਿਹਾ, ਉਸ ਸਮੇਂ ਨੂੰ ਜਿਹਨੂੰ ਸਾਡੇ ਕਲਚਰ ਵਿੱਚ ਅੰਮ੍ਰਿਤ ਵੇਲਾ ਆਖਿਆ ਜਾਂਦਾ, ਸਵੇਰ ਦਾ ਵਕਤ, ਸਵਾ ਪਹਿਰ, ਸਵੇਰ ਦਾ ਪਹੁ ਫਟਾਲੇ ਤੋਂ ਪਹਿਲਾਂ ਦਾ ਸਮਾਂ, ਜਦੋਂ ਚਿੱਟੀ ਚਾਨਣੀ ਪਸਰਨ ਵਾਲੀ ਹੋਵੇ, ਹਨੇਰਾ ਜਾ ਰਿਹਾ ਹੋਵੇ, ਉਹਨੂੰ ਪਹੁ ਫਟਾਲਾ ਕਹਿੰਦੇ ਨੇ। ਪਹੁ ਦਾ ਫੁੱਟ ਜਾਣਾ, ਚਿੱਟਾ ਦਿਨ ਚੜ੍ਹਨ ਵਾਲੇ ਪਾਸੇ ਨੂੰ, ਹਨੇਰਾ ਲੋਪ ਹੋਣ ਵਾਲੇ ਪਾਸੇ ਨੂੰ ਤਿਆਰੀ ਹੋ ਰਹੀ ਹੁੰਦੀ, ਉਹਨੂੰ ਪਹੁ ਫਟਾਲਾ ਕਹਿੰਦੇ ਨੇ। ਉਸ ਵਕਤ ਜਿਹੜੇ ਉਹਨਾਂ ਦੇ ਰਸੋਈਏ ਸਨ, ਜਿਹੜੇ ਉਹਨਾਂ ਦੇ ਨੌਕਰ ਚਾਕਰ ਰਈਸ ਲੋਕਾਂ ਦੇ ਸਨ, ਜ਼ਿੰਮੇਵਾਰ ਪਦਵੀਆਂ 'ਤੇ ਬੈਠੇ ਹੋਏ ਲੋਕਾਂ ਦੇ ਸਨ, ਉਹ ਉਹਨਾਂ ਵਾਸਤੇ ਕਈ ਤਰ੍ਹਾਂ ਦੇ ਪਕਵਾਨ, ਕਈ ਤਰ੍ਹਾਂ ਦੇ ਨਸ਼ੇ, ਸ਼ਰਾਬਾਂ ਅਤੇ ਕਬਾਬਾਂ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੰਦੇ ਕਿ ਹੁਣ ਉਹਨਾਂ ਰਈਸ ਲੋਕਾਂ ਦੇ ਖਾਣ ਪੀਣ ਦਾ, ਰਹਿਣ ਸਹਿਣ ਦਾ ਵਕਤ ਹੋ ਗਿਆ, ਉੱਠਣ ਦਾ ਵਕਤ ਹੋ ਗਿਆ। ਭਾਵ ਦਿਨ ਰਾਤ ਹਰ ਵੇਲੇ ਐਸ਼ ਪ੍ਰਸਤੀ ਦਾ ਮਾਹੌਲ ਬਣਿਆ ਹੋਇਆ ਉਹਨਾਂ ਦੇ ਘਰਾਂ ਵਿੱਚ, ਉਹਨਾਂ ਦੀ ਜ਼ਿੰਦਗੀ ਵਿੱਚ। ਗੁਰੂ ਸਾਹਿਬ ਕਹਿੰਦੇ ਵੀ ਕਮਾਲ ਹੈ, ਚੰਗਾ ਖਾਣਾ ਹੀ ਜ਼ਿੰਦਗੀ ਦਾ ਮਨੋਰਥ ਬਣਾ ਲਿਆ ਗਿਆ, ਚੰਗਾ ਪਹਿਨਣਾ ਹੀ ਜ਼ਿੰਦਗੀ ਦਾ ਮਨੋਰਥ ਮਿਥ ਲਿਆ ਗਿਆ, ਚੰਗਾ ਹੰਡਾਉਣਾ, ਖੁੱਲ੍ਹ ਕੇ ਐਸ਼ ਕਰਨੀ, ਖਾਣ ਪੀਣ ਤੇ ਮੌਜਾਂ ਮਾਣਨ ਦੀ ਜਿਹੜੀ ਗੱਲ ਹੈ, ਕੇਵਲ ਇਹੋ ਹੀ ਜ਼ਿੰਦਗੀ ਦਾ ਏਮ ਰਹਿ ਗਿਆ, ਕੇਵਲ ਇਹੋ ਹੀ, ਬਸ ਇਸ ਤੋਂ ਵੱਧ ਹੋਰ ਕੁਝ ਹੀ ਨਹੀਂ।
ਬਹੁਤ ਕੁਝ ਹੰਢਾਉਣ ਦੀ ਭਾਵਨਾ ਦੇ ਵਿੱਚ ਹੀ ਇਹ ਲੋਕ ਨਾ ਆਪਣੇ ਫਰਜ਼ਾਂ ਨੂੰ ਚੇਤੇ ਕਰਦੇ ਨੇ, ਇਹਨਾਂ ਦੀ ਡਿਊਟੀ ਕੀ ਹੈ, ਨਾ ਇਸ ਪਾਸੇ ਇਹਨਾਂ ਦਾ ਧਿਆਨ ਜਾਂਦਾ। ਲੋਕ ਕਿੰਨੇ ਦੁਖੀ ਨੇ, ਉਹਨਾਂ ਦੀ ਇਹ ਕੀ ਮਦਦ ਕਰ ਸਕਦੇ ਨੇ, ਬਿਲਕੁਲ ਇਹਨਾਂ ਗੱਲਾਂ ਦਾ ਕੋਈ ਚੇਤਾ ਨਹੀਂ। ਪਰ ਉਪਕਾਰ ਕੀ ਹੁੰਦਾ ਹੈ, ਦਇਆ ਕੀ ਹੁੰਦੀ ਹੈ, ਸੇਵਾ ਕੀ ਹੁੰਦੀ ਹੈ, ਤਿਆਗ ਕੀ ਹੁੰਦਾ ਹੈ, ਕੁਰਬਾਨੀ ਕੀ ਹੁੰਦੀ ਹੈ, ਇਹ ਸ਼ਬਦ ਹੀ ਇਹਨਾਂ ਦੀ ਜ਼ਿੰਦਗੀ ਦੀ ਡਿਕਸ਼ਨਰੀ 'ਚ ਹੀ ਹੈ ਨਹੀਂ। ਬਸ ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਬਸ ਖਾਓ ਪੀਓ ਤੇ ਮੌਜਾਂ ਮਾਣੋ, ਇੱਥੇ ਜ਼ਿੰਦਗੀ ਰੁਕੀ ਹੋਈ ਹੈ ਬਸ। ਪਰ ਗੁਰੂ ਨਾਨਕ ਮਹਾਰਾਜ ਜ਼ਿਕਰ ਕਰਦੇ ਨੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਵੀ ਅੰਮ੍ਰਿਤ ਵੇਲੇ ਸਵੇਰ ਸਵਾ ਪਹਿਰ ਤੋਂ ਹੀ, ਸਵੇਰ ਦਿਨ ਚੜ੍ਹਦਿਆਂ ਪਹੁ ਫੁਟਾਲੇ ਨਾਲ ਹੀ ਜੀਵਾਂ ਦਾ ਕਬਾਬ ਦਾ ਪ੍ਰਬੰਧ ਹੋਣ ਲੱਗ ਪਿਆ, ਸ਼ਰਾਬਾਂ ਦਾ ਪ੍ਰਬੰਧ, ਖਾਣ ਪੀਣ, ਕੀ ਪਹਿਨਣਗੇ ਨਵਾਬ ਸਾਹਿਬ, ਬਸ ਇਹਨਾਂ ਚੀਜ਼ਾਂ ਦੀ ਚਿੰਤਾ। ਸਭ ਅਮਲਾ ਪਹਿਲਾਂ ਇਸੇ ਕੰਮ ਤੇ ਲੱਗਿਆ। ਅੱਜ ਵੀ ਤੇ ਹੁੰਦਾ ਨਾ, ਜਿਸ ਜਗ੍ਹਾ ਤੇ ਜਿਸ ਦੇਸ਼ ਵਿੱਚ ਜਿੱਥੋਂ ਦੇ ਨੇਤਾ ਐਸ਼ ਪ੍ਰਸਤ ਹੋਣਗੇ, ਉੱਥੇ ਸਮਾਜ ਹਮੇਸ਼ਾ ਗਿਰਾਵਟ ਵਿੱਚ ਹੋਏਗਾ। ਗੌਰ ਕਰਨਾ, ਕਿਉਂਕਿ ਉਹਨਾਂ ਨੂੰ ਡਿਊਟੀ ਦਾ ਕੋਈ ਮਤਲਬ ਨਹੀਂ, ਉਹਨਾਂ ਦੇ ਫਰਜ਼ ਕੀ ਨੇ, ਲੋਕ ਗਿਰਾਵਟ ਵੱਲ ਜਾਣਗੇ ਹੀ ਜਾਣਗੇ, ਕਿਉਂਕਿ ਜ਼ਿੰਮੇਵਾਰ ਪਦਵੀ ਤੇ ਬੈਠਾ ਬੰਦਾ ਹੈ, ਆਪ ਇਹਨਾਂ ਤਿੰਨ ਚੀਜ਼ਾਂ ਤੋਂ ਅੱਗੇ ਨਹੀਂ ਵੱਧਦਾ। ਖਾਓ ਪੀਓ ਔਰ ਮੌਜਾਂ ਮਾਣੋ, ਇਦੋਂ ਅੱਗੇ ਹੀ ਨਹੀਂ ਤੁਰਦਾ। ਜਦੋਂ ਕਾਰੀ ਕੁਝ ਨਹੀਂ ਰਿਹਾ ਤੇ ਸਮਾਜ ਉਹਦੇ ਮੂੰਹ ਵੱਲ ਵੇਖਦਾ ਰਹਿੰਦਾ। ਉੱਥੇ ਖਲੋਤੇ ਹੋਏ ਨੇ ਲੋਕ, ਔਰ ਲੋਕਾਂ ਨੂੰ ਉਹ ਨੀਂਦ ਦੀਆਂ ਗੋਲੀਆਂ ਦੇ ਦੇ ਕੇ ਸਵਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਲੋਕ ਜਿੰਨੇ ਸੁੱਤੇ ਰਹਿਣਗੇ ਉਹਨਾਂ ਨੂੰ ਖੁੱਲ੍ਹ ਮਿਲਦੀ ਰਹੇਗੀ। ਮੈਨੂੰ ਇੱਕ ਗਾਥਾ ਯਾਦ ਆਈ, ਕਹਿੰਦੇ ਹਨ ਕੋਈ ਬਹੁਤ ਵਿਦਵਾਨ ਜਿਹੜਾ ਸੀ ਨਾ, ਉਹ ਗਧਾ ਲਈ ਜਾ ਰਿਹਾ ਸੀ। ਪੁਰਾਣੇ ਸਮਿਆਂ 'ਚ ਲੋਕ ਗਧਿਆਂ ਦੀ ਸਵਾਰੀ ਕਰਦੇ ਸਨ। ਗਧੇ ਉੱਤੇ ਉਹ ਸਵਾਰ ਹੈ ਤੇ ਜਾ ਰਿਹਾ। ਉਹਦਾ ਕੋਈ ਮਿੱਤਰ ਮਿਲਿਆ, ਉਹਨੂੰ ਕਹਿਣ ਲੱਗਿਆ, ਕਮਾਲ ਦਾ ਬੰਦਾ ਹੈ ਤੂੰ, ਬੜਾ ਸਿਆਣਾ ਬੜਾ ਵਿਦਵਾਨ ਹੈ, ਬੜੇ ਵਿਦਿਆਰਥੀ ਸਟੂਡੈਂਟ ਤੇਰੇ ਕੋਲ ਆਏ, ਪੜ੍ਹ ਕੇ ਚਲੇ ਗਏ। ਉਰਦੂ ਵਿੱਚ ਜਿਹੜਾ ਵਿਦਿਆਰਥੀ ਉਹਨੂੰ ਤਾਲਿਬ ਇਲਮ ਕਹਿੰਦੇ ਨੇ। ਇਹ ਅਰਬ ਦੇ ਮੁਲਕਾਂ ਦੀ ਕਹਾਣੀ ਹੈ। ਕਹਿੰਦੇ ਵੀ ਤੇਰੇ ਕੋਲ ਜਿੰਨੇ ਤਾਲਿਬ ਇਲਮ ਆਏ, ਇਲਮ ਦਾ ਗਿਆਨ ਹਾਸਲ ਕਰਨ ਵਾਸਤੇ, ਇਲਮ ਲੈਣ ਵਾਸਤੇ ਤੂੰ ਪੜ੍ਹਾ ਕੇ ਉਹਨਾਂ ਨੂੰ ਭੇਜ ਦਿੱਤਾ, ਔਰ ਸਾਰੇ ਅੱਜ ਬੜੀ ਸਤਿਕਾਰ ਵਾਲੀ ਜ਼ਿੰਦਗੀ ਜੀ ਰਹੇ ਨੇ। ਆਹ ਗਧਾ ਤੇਰੇ ਕੋਲ ਬੜੇ ਸਾਲਾਂ ਦਾ, ਇਹਨੂੰ ਵੀ ਕੁਝ ਸਿਖਾ ਦੇਣਾ। ਮਿੱਤਰ ਨੇ ਮਖੌਲ ਕੀਤਾ ਉਹਨੂੰ, ਗਧੇ ਤੇ ਸਵਾਰ ਵਿਦਵਾਨ ਬੰਦੇ ਨੂੰ। ਉਹ ਵੀ ਅੱਗੋਂ ਵਿਦਵਾਨ ਸੀ, ਪੜ੍ਹਿਆ ਲਿਖਿਆ ਸੀ। ਉਹਨੇ ਮਖੌਲ ਦਾ ਜਵਾਬ ਇਹ ਦਿੱਤਾ, ਕਹਿਣ ਲੱਗਿਆ ਮੇਰੇ ਮਨ 'ਚ ਤੇ ਆਈ ਵੀ ਜਿੰਨੇ ਵੀ ਮੇਰੇ ਕੋਲ ਆਏ ਨੇ ਵਿਦਿਆਰਥੀ, ਪੜ੍ਹਾ ਕੇ ਮੈਂ ਸਿਆਣੇ ਬਣਾ ਦਿੱਤੇ ਨੇ, ਇਸ ਗਧੇ ਨੂੰ ਵੀ ਕੁਝ ਸਿਖਾ ਦਿਆਂ। ਪਰ ਫਿਰ ਮੇਰੇ ਮਨ 'ਚ ਖਿਆਲ ਆਇਆ, ਮਨਾ ਜਿਹੜੇ ਪੜ੍ਹ ਗਏ ਉਹ ਤੇ ਚਲੇ ਗਏ, ਤੇ ਜੇ ਇਹ ਪੜ੍ਹ ਗਿਆ ਤੇ ਰਹਿਣਾ ਇਹਨੇ ਵੀ ਨਹੀਂ, ਇਹਨੂੰ ਅਨਪੜ੍ਹ ਰੱਖਣਾ ਹੀ ਚੰਗਾ ਹੈ। ਇਹ ਭਾਰ ਤਾਈਓ ਢੋਏਗਾ, ਜਿੰਨਾ ਇਹ ਬੇਵਕੂਫ ਰਹੇਗਾ ਉਹਨਾਂ ਭਾਰ ਚੁੱਕੇਗਾ। ਇਹ ਨੀਤੀ ਹੈ ਸਦੀਆਂ ਤੋਂ ਰਾਜਨੇਤਾ ਦੀ ਔਰ ਧਰਮ ਨੇਤਾ ਦੀ। ਜਿੰਨੀ ਦੁਨੀਆ ਗਿਆਨੀ ਰਹੇਗੀ ਉਹਨਾਂ ਸਾਡਾ ਭਾਰ ਚੁੱਕਦੀ ਰਹੇਗੀ। ਜਿਸ ਦਿਨ ਲੋਕ ਸਮਝਣ ਵਾਲੇ ਪਾਸੇ ਆ ਜਾਣ, ਉਸ ਦਿਨ ਧਰਮ ਦੇ ਨਾਂ 'ਤੇ ਝੂਠ ਦੀਆਂ ਦੁਕਾਨਾਂ ਵੀ ਬੰਦ ਹੋ ਜਾਂਦੀਆਂ ਨੇ। ਰਾਜਨੇਤਾ ਦੀ ਐਸ਼ ਪ੍ਰਸਤੀ ਵੀ ਨਹੀਂ ਚੱਲਦੀ, ਕਿਉਂਕਿ ਲੋਕਾਂ ਨੂੰ ਆਪਣੇ ਹੱਕ ਚੇਤੇ ਆ ਜਾਂਦੇ ਨੇ, ਲੋਕਾਂ ਨੂੰ ਆਪਣੀ ਸਿਆਣਪ ਚੇਤੇ ਆ ਜਾਂਦੀ, ਲੋਕ ਸੋਚਣ ਵਾਲੇ ਪਾਸੇ ਤੁਰ ਪੈਂਦੇ ਨੇ। ਸੋ ਖੈਰ, ਜਿਹੜੀ ਮੈਂ ਬੇਨਤੀ ਕਰ ਰਿਹਾ, ਇਹ ਨੀਤੀ ਹੈ ਸਦੀਆਂ ਤੋਂ ਚੱਲ ਰਹੀ ਨੀਤੀ। ਗੁਰੂ ਨਾਨਕ ਸਾਹਿਬ ਨੇ ਇਹਦਾ ਵਿਰੋਧ ਕੀਤਾ। ਇਨਸਾਨ ਨੂੰ ਉਹਦੇ ਹੱਕ ਨਾ ਮਿਲਣ, ਇਹ ਤਾਂ ਅਨਰਥ ਹੈ, ਪਾਪ ਜ਼ੁਲਮ ਅਤਿਆਚਾਰ ਹੈ। ਔਰ ਇਨਸਾਨੀ ਹੱਕਾਂ ਵਾਸਤੇ ਗੁਰੂ ਨਾਨਕ ਦੇ ਘਰ ਨੇ ਅਲਮਬਰਦਾਰੀ ਕੀਤੀ ਹੈ, ਅਗਵਾਈ ਕੀਤੀ। ਕੁਰਬਾਨੀਆਂ ਤੇ ਸ਼ਹਾਦਤਾਂ ਦਾ ਜਿਹੜਾ ਵਿਰਸਾ ਹੈ, ਉਹ ਹੱਕ ਇਨਸਾਫ ਦਾ ਵਿਰਸਾ ਹੈ, ਆਜ਼ਾਦੀ ਦਾ ਵਿਰਸਾ ਹੈ। ਇਸੇ ਕਰਕੇ ਅਸੀਂ ਉਹਨੂੰ ਸਤਿਕਾਰ ਦਿੰਦੇ ਹਾਂ। ਖੈਰ, ਜੋ ਮੈਂ ਬੇਨਤੀ ਕਰ ਰਿਹਾ, ਉਹ ਸ਼ਬਦ ਮਹਾਰਾਜ ਨੇ ਵਰਤੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਇਹ ਤਾਂ ਹੈ ਬਾਹਰ ਦੀ ਸਿਚੁਏਸ਼ਨ, ਪਰ ਪ੍ਰੋਬਲਮ ਕਿੱਥੋਂ ਉੱਠਦੀ ਹੈ ਸਾਡੇ ਜੀਵਨ ਵਿੱਚ? ਜਦੋਂ ਔਗਣ, ਐਸ਼ ਪ੍ਰਸਤੀ, ਝੂਠ, ਫਰੇਬ, ਵਿਖਾਵਾ, ਇਹ ਤਮਾਮ ਔਗਣ ਸਾਡੇ ਜੀਵਨ 'ਚ ਹੁੰਦੇ ਨੇ। ਨਫ਼ਰਤ, ਈਰਖਾ ਹੁੰਦੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਇੰਨਾ ਜ਼ਿਆਦਾ ਪ੍ਰਭਾਵ ਹੁੰਦਾ ਹੈ, ਫਿਰ ਸਾਡਾ ਇਹ ਜੀਵਨ ਜਿਹੜਾ ਹੈ ਨਾ, ਜ਼ਹਿਰ ਦੇ ਸਮਾਨ ਹੋ ਜਾਂਦਾ ਹੈ, ਜ਼ਹਿਰ ਦੇ ਸਮਾਨ। ਕਿਉਂਕਿ ਜੋ ਕੁਝ ਸਾਡੇ ਅੰਦਰ ਦੱਬਿਆ ਪਿਆ ਹੈ, ਉਹਨੇ ਸਾਡੇ ਬਚਨਾਂ ਰਾਹੀਂ ਜਾਂ ਸਾਡੇ ਕਰਮ ਰਾਹੀਂ ਬਾਹਰੀ ਤੌਰ ਉੱਤੇ ਰਿਐਕਸ਼ਨ ਕਰਨਾ ਹੈ।
ਤੇ ਜਦੋਂ ਉਹ ਰਿਐਕਸ਼ਨ ਹੁੰਦਾ ਹੈ, ਉਹ ਕਰਨੀ ਕਮਾਈ ਦੇ ਰਾਹੀਂ ਪ੍ਰਗਟ ਹੁੰਦਾ ਹੈ, ਸਾਰੀ ਸਿਚੁਏਸ਼ਨ ਬਾਹਰ ਦੀ ਵਿਗੜ ਜਾਂਦੀ ਹੈ। ਮੈਂ ਕਈ ਵਾਰ ਬੇਨਤੀ ਕੀਤੀ, ਬਾਹਰ ਅੱਗਾਂ ਉਹ ਹੀ ਲਾਉਣਗੇ ਜਿਨ੍ਹਾਂ ਦੇ ਅੰਦਰ ਅੱਗਾਂ ਲੱਗੀਆਂ ਹੋਈਆਂ ਨੇ ਨਫ਼ਰਤ ਤੇ ਈਰਖਾ ਦੀਆਂ, ਨਹੀਂ ਤੇ ਕੋਈ ਹੱਥ ਐਸਾ ਨਹੀਂ ਜੇ ਜਿਹੜਾ ਕਿਸੇ ਦਾ ਘਰ ਸਾੜਨ ਵਾਸਤੇ ਉੱਠੇ। ਕਿਸੇ ਦਾ ਗਲ ਉਹੀ ਘੁੱਟ ਸਕਦਾ ਜਿਹਦੇ ਅੰਦਰ ਇੰਨੀ ਅੱਗ ਬਲ ਰਹੀ, ਉਹਨੂੰ ਉਸ ਜ਼ਹਿਰ ਨੂੰ ਸ਼ਾਂਤ ਕਿਵੇਂ ਕਰੇ। ਕਹਿੰਦੇ ਨੇ ਜਦੋਂ ਸੱਪ ਦੇ ਸਿਰ ਨੂੰ ਜ਼ਹਿਰ ਚੜ੍ਹਦੀ ਹੈ ਗਰਮੀ ਦੇ ਨਾਲ, ਉਹਨੂੰ ਕੋਈ ਨਹੀਂ ਲੱਭਦਾ, ਉਹ ਜ਼ਮੀਨ 'ਤੇ ਹੀ ਆਪਣੇ ਡੰਗ ਮਾਰਦਾ, ਪੱਥਰ 'ਤੇ ਆਪਣਾ ਸਿਰ ਮਾਰਦਾ, ਕਿਉਂਕਿ ਉਹ ਜ਼ਹਿਰ ਦੇ ਨਾਲ ਪਾਗਲ ਹੋ ਜਾਂਦਾ ਹੈ। ਜਦੋਂ ਇਨਸਾਨ ਦੇ ਅੰਦਰ ਔਗਣਾ ਦਾ ਜ਼ਹਿਰ ਉੱਠਦਾ ਤਾਂ ਉਹ ਵੀ ਕਿਤੇ ਨਾ ਕਿਤੇ ਡੰਗ ਮਾਰੇਗਾ। ਧਰਮ ਇੱਥੋਂ ਕੰਮ ਸ਼ੁਰੂ ਕਰਦਾ ਹੈ ਆਪਣਾ, ਕਾਨੂੰਨ ਬਾਹਰੋਂ ਕਰਦਾ ਹੈ, ਧਰਮ ਅੰਦਰੋਂ ਕੰਮ ਕਰਦਾ ਹੈ। ਕਾਨੂੰਨ ਸਾਨੂੰ ਡਰਾਵਾ ਦਿੰਦਾ ਹੈ, ਅਗਰ ਇਸ ਤਰ੍ਹਾਂ ਨਾ ਕੀਤਾ ਇਹ ਜੁਰਮਾਨਾ ਹੋ ਸਕਦਾ ਹੈ, ਸਜ਼ਾ ਹੋ ਸਕਦੀ ਹੈ। ਧਰਮ ਉਸ ਭਾਵਨਾ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਹੜੀ ਭਾਵਨਾ ਸਾਨੂੰ ਬੁਰੇ ਕੰਮ ਕਰਨ ਵਾਲੇ ਪਾਸੇ ਲੈ ਕੇ ਜਾਂਦੀ ਹੈ। ਐਡਾ ਵੱਡਾ ਅੰਤਰ ਹੈ ਇਸ ਚੀਜ਼ ਦਾ। ਨਹੀਂ ਤੇ ਬੰਦਾ ਉੱਥੇ ਗੁਨਾਹ ਵੀ ਕਰ ਲੈਂਦਾ ਜਿੱਥੇ ਉਹਨੂੰ ਦੱਸੇ ਵੀ ਕਾਨੂੰਨ ਦੀ ਨਜ਼ਰ ਮੇਰੇ ਉੱਪਰ ਨਹੀਂ, ਪਰ ਧਰਮੀ ਉੱਥੇ ਵੀ ਸੁਧਰਿਆ ਰਹਿੰਦਾ ਹੈ ਜੇ ਉਹਦੇ ਮਨ ਅੰਦਰ ਰੱਬ ਦੇ ਗੁਣ ਹੋਣ, ਉਹ ਔਗਣਾ ਤੇ ਅੰਦਰ ਦੇ ਵਿਕਾਰਾਂ ਨੂੰ ਕੰਟਰੋਲ ਵਿੱਚ ਲੈ ਆਵੇ। ਇਹ ਫਰਕ ਹੈ। ਸੋ ਜਿਹੜੀ ਮੈਂ ਬੇਨਤੀ ਕਰ ਰਿਹਾ, ਉੱਜੜ ਥਾਂ, ਉਹ ਥਾਂ ਉਜੜੀ ਹੋਈ ਹੈ ਤੇ ਸਾਡਾ ਹਿਰਦਾ ਵੀ ਉਜੜਿਆਂ ਘਰਾਂ ਵਾਂਗ ਹੈ। ਸਾਡਾ ਇਹ ਜੀਵਨ ਉਜਾੜ ਵਰਗਾ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਜੇ ਇਸ ਵਿੱਚ ਰੱਬੀ ਗੁਣਾਂ ਦਾ ਵਾਸ ਨਹੀਂ, ਰੱਬੀ ਗੁਣਾਂ ਦਾ ਪਰਿਵਾਰ ਇਹਦੇ ਵਿੱਚ ਆ ਜਾਏ, ਉਹ ਪਰਿਵਾਰ ਕਿਹੜਾ ਹੈ? ਮਹਾਰਾਜ ਨੇ ਬਾਣੀ ਵਿੱਚ ਕਿਹਾ, ਮੈਂ ਸ਼ਬਦ ਤੁਹਾਡੇ ਨਾਲ ਸਾਂਝਾ ਕਰਾਂ, ਆਪ ਜੀ ਨੇ ਜ਼ਰੂਰ ਉਹਨੂੰ ਪੜ੍ਹ ਲੈਣਾ। ਉਸ ਵਿੱਚ ਸਤਿਗੁਰੂ ਕਹਿੰਦੇ, ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹ ਵਿਸ਼ੇਖ, ਕਹਿਣਾ ਹੈ ਕਿਛ ਕਹਿਣ ਨਾ ਜਾਏ, ਤਉ ਕੁਦਰਤ ਕੀਮਤ ਨਹੀਂ ਪਾਏ। ਸ਼ਰਮ ਸੁਰਤ ਕਾ ਦੋਏ ਸਸੁਰ ਭਏ, ਕਰਨੀ ਕਾਮਣ ਕਰ ਮਨ ਲਏ, ਸਾਹ ਸੰਜੋਗ ਵਿਆ ਵਿਜੋਗ, ਸੱਚ ਸੰਤਤ ਕਉ ਨਾਨਕ ਜੋਗ। ਇਹ ਪਰਿਵਾਰ ਜੇ ਗੁਣਾਂ ਦਾ ਸਾਡੇ ਅੰਦਰ ਹੋਵੇ ਤਾਂ ਇਹ ਸਰੀਰ ਰੂਪੀ ਘਰ ਹੱਸਦਾ ਵਸਦਾ ਸੁਹਾਵਣਾ ਹੈ। ਚਮਕੌਰ ਦੀ ਉਹ ਕੱਚੀ ਹਵੇਲੀ ਜਿਹਨੂੰ ਤਾਰੀਖ ਵਿੱਚ ਅੱਜ ਸਤਿਕਾਰ ਦਾ ਰੁਤਬਾ ਮਿਲ ਗਿਆ ਹੈ, ਕਿਉਂ ਭਲਾ? ਇਦੋਂ ਵੱਡੇ ਵੀ ਪੱਕੇ ਪੱਕੇ ਮਹਿਲ ਬਣੇ ਤੇ ਢਹਿ ਗਏ। ਪੱਕੀਆਂ ਇਮਾਰਤਾਂ ਅੱਜ ਵੀ ਨੇ, ਜਿੱਧਰ ਵੇਖਣ ਵਾਸਤੇ ਕੋਈ ਨਹੀਂ ਜਾਂਦਾ, ਕੋਈ ਵਿਰਲਾ ਟਾਵਾਂ ਸੈਲਾਨੀ ਚਲਿਆ ਜਾਏ ਤੇ ਚਲਿਆ ਜਾਏ। ਪਰ ਧਿਆਨ ਦੇਣਾ ਇੱਕ ਗੱਲ ਵੱਲ, ਉਹ ਕੱਚੀ ਹਵੇਲੀ ਅੱਜ ਮੌਜੂਦ ਨਹੀਂ। ਸਮੇਂ ਦੀ ਗਰਦਸ਼ ਨੇ ਢਾਹ ਦਿੱਤੀ ਹੈ ਜਾਂ ਢਹਿ ਗਈ ਹੈ, ਪਰ ਉਸ ਜਗ੍ਹਾ ਦੇ ਉੱਤੇ ਬਣਿਆ ਹੋਇਆ ਇੱਕ ਅਸਥਾਨ ਅੱਜ ਵੀ ਸਿੱਖ ਦੀ ਸੁਰਤ ਅੰਦਰ ਸ਼ਰਧਾ ਦਾ ਪਾਤਰ ਬਣਿਆ। ਤੇ ਜਿਸ ਮੁਤਾਬਕ ਅੱਲਾ ਯਾਰ ਖਾਂ ਜੋਗੀ ਨੇ ਕਿਹਾ ਸੀ, ਇਹ ਉਹ ਜਹਾਂ ਹੈ जहाँ 40 तन शहीद हुए, खिताब सरवरी सिंहों ने सर कटा के लिए, दिलाई पंथ को सरबाजियों से सरदारी बराए कौम ने ये रुतबे, लहू बहा के लिए बस हिंद में एक तीर्थ है यात्रा के लिए, कटाए बाप ने बचे यहाँ खुदा के लिए, भटकते फिरते हैं क्यों हज करें यहाँ आकर, ये काबा पास है हर एक खालसा के लिए। पर सवाल है, पक्के महिला ਨੂੰ ਛੱਡ ਕੇ ਇਸ ਕੱਚੀ ਹਵੇਲੀ ਦਾ ਇੰਨਾ ਗੁਣਗਾਨ ਕਾਹਨੂੰ? ਉਹਦੀ ਵਜ੍ਹਾ ਇਹ, ਉੱਥੇ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੁਬਾਰਕ ਚਰਨ ਪਏ ਗਏ। ਉੱਥੇ ਕਿਸੇ ਨੇ ਆਪਣੇ ਜਿਸਮ ਦਾ ਖੂਨ ਬਹੁਤ ਵੱਡੇ ਆਦਰਸ਼ ਦੀ ਖਾਤਰ ਮਿੱਟੀ ਵਿੱਚ ਡੋਲ ਦਿੱਤਾ। ਇਸ ਕਰਕੇ ਉਸ ਹਵੇਲੀ ਨੂੰ ਸਿੱਖ ਦੀ ਸੁਰਤ ਅੰਦਰ ਸਤਿਕਾਰ ਮਿਲ ਗਿਆ। ਧਰਮੀ ਬੰਦਿਆਂ ਦੇ ਦਿਲਾਂ ਅੰਦਰ ਉਹਦੀ ਖਾਸ ਥਾਂ ਬਣ ਗਈ। ਪੱਕੇ ਮਹਿਲਾਂ ਨੂੰ ਛੱਡ ਕੇ ਉਸ ਕੱਚੀ ਗੜੀ ਦੀ ਗੱਲ ਇਤਿਹਾਸ ਅੰਦਰ ਬਾਰ-ਬਾਰ ਕੀਤੀ ਜਾਂਦੀ, ਸੁਣੀ ਤੇ ਸੁਣਾਈ ਜਾਂਦੀ, ਔਰ ਸਾਡੇ ਮਨ ਨਹੀਂ ਅੱਕਦੇ। ਕਿਉਂ? ਕਿਉਂਕਿ ਉੱਥੇ ਕੋਈ ਪਵਿੱਤਰ ਲੋਕਾਂ ਨੇ ਆ ਕੇ ਚੰਦ ਘੜੀਆਂ ਬਿਤਾਈਆਂ, ਉਸ ਮਿੱਟੀ ਵਿੱਚ ਆਪਣਾ ਖੂਨ ਜਿਸਮ ਦਾ ਇਸ ਕਰਕੇ ਡੋਲ ਦਿੱਤਾ ਵੀ ਕੋਈ ਪਰਉਪਕਾਰ, ਆਜ਼ਾਦੀ ਤੇ ਹੱਕ ਦੀ ਗੱਲ ਕਰਨ ਵਾਲੇ ਉਹ ਲੋਕ ਸਨ। ਚਮਕ ਹੈ ਮਿਹਰ ਕੀ ਐ ਚਮਕੌਰ ਤੇਰੇ ਜ਼ਰੋਂ ਮੇਂ। ਬਸ ਇੰਨਾ ਸਮਝ ਲੈਣਾ, ਗੁਰਬਾਣੀ ਨੇ ਆਖਿਆ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਕਦੇ ਸੋਚੋ ਬਾਹਰ ਦੀ ਹਵੇਲੀ 'ਚ ਗੁਰੂ ਚਰਨ ਪਾ ਦਏ ਤੇ ਸਾਡੇ ਲਈ ਸਤਿਕਾਰਯੋਗ ਬਣ ਜਾਂਦੀ ਏ। ਜੇ ਸਾਡੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਰੂਪੀ ਚਰਨ ਟਿਕ ਜਾਣ ਤੇ ਜੀਵਨ ਦਾ ਰੁਤਬਾ ਕਿੰਨਾ ਉੱਚਾ ਹੋ ਜਾਏ। ਹਿਰਦੇ ਦਾ ਥਾਂ ਸੋਹਣਾ ਹੈ, ਸਤਿਕਾਰ ਦਾ ਪਾਤਰ ਬਣ ਜਾਏਗਾ ਜੇ ਇਸ ਵਿੱਚ ਗੁਰੂ ਆਪ ਆ ਕੇ ਵਾਸ ਕਰ ਲੈ। ਉਹ ਵਾਸ ਗੁਰੂ ਨੇ ਕਿਵੇਂ ਕਰਨਾ ਹੈ? ਉਪਦੇਸ਼ ਦੇ ਰਾਹੀਂ, ਬਾਣੀ ਦੇ ਰਾਹੀਂ, ਆਪਣੇ ਸ਼ੁਭ ਗੁਣਾਂ ਦੇ ਰਾਹੀਂ। ਬਸ ਗੁਰੂ ਦਾ ਅਸਲ ਨਾਉ, ਗੁਰੂ ਦਾ ਉਪਦੇਸ਼ ਤੇ ਮਤ ਹਿਰਦੇ ਵਿੱਚ ਵਸਾਈਏ। ਇਹ ਉਜੜੇ ਹੋਏ ਘਰ ਬੜੇ ਹੀ ਸੁਹਾਵਣੇ ਬਣ ਜਾਣਗੇ। ਇਹ ਸਰੀਰ ਦਾ, ਇਸ ਜੀਵਨ ਦਾ ਸਤਿਕਾਰ ਬਹਾਲ ਹੋਏਗਾ।
ਤਾਈਓ ਹੀ ਜਿਸ ਜੀਵਨ 'ਚ ਗੁਰੂ ਹੁੰਦਾ ਹੈ ਉਹਨੂੰ ਗੁਰਮੁਖ ਆਖਿਆ ਜਾਂਦਾ ਹੈ, ਜਿਸ ਜੀਵਨ 'ਚ ਗੁਰੂ ਨਹੀਂ ਹੁੰਦਾ ਉਹਨੂੰ ਮਨਮੁਖ ਕਿਹਾ ਜਾਂਦਾ ਹੈ। ਆਓ ਹਿਰਦੇ ਦੇ ਘਰ ਨੂੰ ਸਵਾਰੀਏ, ਸਰੀਰ ਰੂਪੀ ਇਸ ਮਹਿਲ ਨੂੰ ਸੁਹਾਵਣਾ ਬਣਾਈਏ। ਬਾਹਰੋਂ ਚਿਤਰਦੇ ਹਾਂ, ਬਾਹਰੋਂ ਸਵਾਰਦੇ ਹਾਂ, ਅੰਦਰ ਇਹਦੇ ਸ਼ੁਭ ਗੁਣਾਂ ਦਾ ਪਰਿਵਾਰ ਵੀ ਵਸਾਉਣ ਦੀ ਕੋਸ਼ਿਸ਼ ਕਰੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ। ਸਭਨਾਂ ਦਾ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ